ਵੱਡਾ ਸਵਾਲ ਬਣ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਮ ਆਦਮੀ ਪਾਰਟੀ ਤੋਂ ਵੱਖ ਹੋ ਗਏ ਨੇ। ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋਂ ਕੀ ਹੁਣ ਪਿੱਛੇ ਹਟੇ ਨੇ। ਇਸ ਤੇ ਵੱਡੀਆਂ ਚਰਚਾਵਾਂ ਛਿੜ ਗਈਆਂ ਨੇ ਤੇ ਇੱਕ ਬਿਆਨ ਨੂੰ ਲੈ ਕੇ ਘਿਰੇ ਨੇ ਮੁੱਖ ਮੰਤਰੀ ਭਗਵੰਤ ਮਾਨ। ਕੀ ਹੈ ਇਹ ਮਾਮਲਾ, ਇਸ ਤੇ ਗੱਲ ਕਰਾਂਗੇ। ਤਾਂ ਉਧਰ ਹੁਣ ਬੀਜੇਪੀ ਕਹਿੰਦੇ ਪੰਜਾਬ ਕਿਸੇ ਵੀ ਤਰ੍ਹਾਂ ਜਿੱਤਣਾ ਹੈ ਤੇ ਜਿਹੜੀਆਂ 13 ਦੀਆਂ 13 ਸੀਟਾਂ ਤੇ ਭਾਜਪਾ ਇਸ ਵਾਰ 2024 ਦੀਆਂ ਚੋਣਾਂ ਜਿੱਤੇਗੀ ਤੇ ਇਸ ਦੇ ਲਈ ਭਾਵੇਂ ਉਹਨਾਂ ਨੂੰ ਕੁਝ ਵੀ ਕਰਨਾ ਪਵੇ, ਜਿਸ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਇੱਕ ਐਮਪੀ ਨੂੰ ਜਲਦ ਹੀ ਕੇਂਦਰੀ ਖੇਤੀਬਾੜੀ ਮੰਤਰੀ ਬਣਾਇਆ ਜਾ ਸਕਦਾ ਹੈ। ਕੌਣ ਬਣੇਗਾ ਖੇਤੀਬਾੜੀ ਮੰਤਰੀ? ਕੀ ਇਸ ਨਾਲ ਜਿਹੜਾ ਭਾਜਪਾ ਦਾ ਉਭਾਰ ਹੈ ਉਹ ਸੁਧਰੇਗਾ? ਕੀ ਭਾਜਪਾ ਜਿੱਤ ਪਾਏਗੀ? ਇਹ ਇੱਕ ਵੱਡਾ ਸਵਾਲ ਬਣ ਗਿਆ ਹੈ। ਇਸ ਤੇ ਗੱਲ ਕਰਾਂਗੇ। ਅੱਗੇ ਚੱਲਦੇ ਹਾਂ ਤਾਂ ਭਾਜਪਾ 'ਚ ਹਾਲੇ ਕਹਿੰਦੇ ਪ੍ਰਧਾਨ ਨਵੇਂ ਬਣੇ ਨੇ ਸੁਨੀਲ ਜਾਖੜ, ਉਹ ਲੱਡੂ ਵੰਡ ਹੀ ਰਹੇ ਸੀ। ਉਧਰ ਹੁਣ ਅਸਤੀਫੇ ਵੀ ਸਾਹਮਣੇ ਆਉਣ ਲੱਗੇ ਨੇ। ਅਸਤੀਫਾ ਵੀ ਪਹੁੰਚ ਗਿਆ ਨਾਲ ਦੀ ਨਾਲ ਦਫ਼ਤਰ। ਕਿਹਨੇ ਦਿੱਤਾ ਅਸਤੀਫਾ, ਕਿਉਂ ਦਿੱਤਾ ਹੈ? ਕੀ ਹੁਣ ਭਾਜਪਾ ਆਪਣੇ ਪੈਰ ਉਹ ਪਹਿਲਾਂ ਵਾਂਗ ਮਜ਼ਬੂਤ ਕਰ ਪਾਏਗੀ ਜਾਂ ਹੋਰ ਵੀ ਜਿਹੜੇ ਅਸਤੀਫੇ ਸਾਹਮਣੇ ਆਣਗੇ? ਇਸ ਤੇ ਗੱਲ ਕਰਾਂਗੇ। ਸੋ ਪ੍ਰਾਈਮ ਮੁੱਦੇ ਵਿੱਚ ਇਹਨਾਂ ਸਾਰੇ ਮਾਮਲਿਆਂ ਤੇ ਵਿਸਤਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਨਾਮ ਜੀ ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਜੀਸੀ ਨੂੰ ਲੈ ਕੇ ਅਨੋਖਾ ਹੀ ਬਿਆਨ ਦੇ ਦਿੱਤਾ ਹੈ? ਕੀ ਇਸ ਬਿਆਨ ਤੋਂ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਤੋਂ ਜਾਣੂ ਨੇ ਕਿ ਕੀ ਹੈ ਇਹ ਮਸਲਾ ਯੂਜੀਸੀ ਦਾ? ਸਤਨਾਮ ਜੀ, ਬੜੀ ਹਾਸੇ ਵਾਲੀ ਗੱਲ ਹੈ ਕਿ ਮੈਨੂੰ ਪੁਰਾਣੀ ਗੱਲ, ਤੁਸੀਂ ਤਾਂ ਉਮਰ 'ਚ ਛੋਟੇ ਹੋ, ਮੇਰੇ ਤੋਂ ਬਹੁਤ ਪੁਰਾਣੇ ਹੁੰਦੇ ਇਹ ਗੱਲ ਜਿਹੜੀ ਹੈਗੀ ਆ ਉਹ ਸੁਣਦੇ ਹੁੰਦੇ ਸੀ। ਜਦੋਂ ਕਿਤੇ ਭਾਖੜਾ ਡੈਮ ਬਣਿਆ ਨਾ ਤਾਂ ਕੁਝ ਪੋਲੀਟੀਸ਼ੀਅਨ ਨੇ ਪੰਜਾਬ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਜਿਹੜਾ ਬਿਜਲੀ ਤਾਂ ਕੱਢ ਲਈ ਹੈ ਜੀ, ਹੁਣ ਫੋਕੇ ਪਾਣੀ ਨਾਲ ਖੇਤੀ ਕਿਵੇਂ ਹੋਏ। ਇਸੇ ਤਰ੍ਹਾਂ ਦਾ ਕੋਈ ਬਿਆਨ ਅੱਜ 2023 'ਚ ਜਿਹੜਾ ਮੈਂ ਭਗਵੰਤ ਮਾਨ ਜੀ ਹੁਣਾਂ ਦਾ ਸੁਣਿਆ ਕਿ ਇਸ ਦਾ ਮਤਲਬ ਹੈਗਾ ਕਿ ਉਹਨਾਂ ਨੂੰ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ UCC, ਇਸ ਦੇ ਬਾਰੇ ਕੋਈ ਵੀ ਨੌਲੇਜ ਨਹੀਂ ਹੈ। ਕਿਉਂਕਿ UCC ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਮੇਨ ਮੁੱਦੇ ਨੇ ਉਹਦੇ UCC ਦੇ ਵਿੱਚ, ਉਸ ਦੇ ਵਿੱਚ ਬੇਸਿਕਲੀ ਜਿਹੜੀ ਗੱਲ ਸ਼ੁਰੂ ਹੋਈ ਹੈ, ਕਿਉਂਕਿ ਇਹ ਸੰਵਿਧਾਨ ਦਾ ਵੀ ਪਾਰਟ ਹੈ ਤੇ ਜਿਹੜਾ ਅਸੀਂ ਇਹ ਗੱਲ ਕਹਿੰਦੇ ਸੀਗੇ ਕਿ ਬਾਬਾ ਭੀਮ ਰਾਓ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਹੈ, ਉਹਨਾਂ ਨੇ ਵੀ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੀਤੀ ਸੀ। ਔਰ ਸੁਪਰੀਮ ਕੋਰਟ ਵੀ ਬਾਰ-ਬਾਰ ਜਿਹੜਾ ਹੈਗਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਹੀ ਹੈ। ਔਰ ਭਗਵੰਤ ਮਾਨ ਜੀ ਜਿੱਥੇ ਬੈਠੇ ਹੋਏ ਨੇ ਉਹ ਤਾਂ ਇੱਦਾਂ ਲੱਗਦਾ ਹੈ ਕਿ ਉਹ ਫਿਰ ਚੁਟਕਲਿਆਂ 'ਚ ਹੀ ਠੀਕ ਸੀਗੇ। ਜੋ ਉਹਨਾਂ ਦਾ ਨਟੰਕੀ ਵਾਲਾ ਕੰਮ ਸੀਗਾ ਨਾ, ਉਹਦੇ 'ਚ ਚਲੇ ਜਾਣ ਤੇ ਜ਼ਿਆਦਾ ਚੰਗੀ ਗੱਲ ਹੈ। ਮੈਂ ਜਿਹੜਾ ਬਿਆਨ ਦੇਖੋ ਸੁਣਿਆ ਹੈ ਕਿ ਭਗਵੰਤ ਮਾਨ ਜੀ ਇਹ ਗੱਲ ਕਹਿ ਰਹੇ ਨੇ ਕਿ ਦੇਖੋ ਜੀ, ਸਿੱਖਾਂ ਦੇ ਵਿੱਚ ਤਾਂ ਜਿਹੜੇ ਹੈਗੇ ਨੇ ਉਹ ਲਾਵਾਂ ਲਈਆਂ ਜਾਂਦੀਆਂ ਨੇ ਜੀ, ਉਧਰ 7 ਜਿਹੜੇ ਹੈਗੇ ਆ ਫੇਰੇ ਲਏ ਜਾਂਦੇ ਨੇ ਜੀ। ਸਿੱਖ ਤਾਂ ਦਿਨ ਦੇ ਟਾਈਮ ਦੇ ਉੱਤੇ ਕਰਦੇ ਆ ਜੀ, 12 ਵਜੇ ਤੋਂ ਪਹਿਲਾਂ ਕਰਦੇ ਆ ਜੀ, ਉਹ ਰਾਤ ਨੂੰ ਕਰਦੇ ਆ। ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਹ ਜਿਹੜਾ UCC ਬਿੱਲ ਹੈਗਾ ਬੇਸਿਕਲੀ, ਸਤਨਾਮ ਜੀ, ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਬਿੱਲ ਕੋਰਟ ਨੇ ਇਹ ਗੱਲ ਕਹੀ ਹੈ, ਜਿਸ ਦੇ ਨਾਲ ਮੈਂ ਵੀ ਐਗਰੀ ਕਰਦਾ ਕਿ ਜਦੋਂ ਕਿਤੇ ਕੋਰਟ ਦੇ ਵਿੱਚ ਕੋਈ ਕੇਸ ਜਾਂਦਾ, ਡਿਸਪਿਊਟ ਹੁੰਦਾ ਕੋਈ ਵੀ, ਤਾਂ ਕੋਰਟ ਜਿਹੜੀ ਹੈਗੀ ਹੈ ਉਹ ਇੱਕ ਯੂਨੀਫਾਰਮਿਟੀ ਦੀ ਗੱਲ ਕਰਦੀ ਹੈ, ਉਹ ਇੰਡੀਆ ਦੀ ਗੱਲ ਕਰਦੀ ਹੈ, ਜਾਂ ਇੰਡੀਆ ਦਾ ਜਿਹੜੀ ਫੈਡਰਲ ਸਟਰਕਚਰ ਹੈਗੀ ਹੈ, ਜਾਂ ਜਿੰਨੀਆਂ ਵੀ ਸਟੇਟਸ ਹੈਗੇ ਨੇ, ਜੋ ਵੀ ਲੋਕ ਉੱਥੇ ਰਹਿੰਦੇ ਆ। ਪਰ ਹੁਣ ਮੁਸ਼ਕਲ ਇਹ ਆ ਰਹੀ ਹੈ ਕਿ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਹੈਗਾ, ਇਹਦੇ 'ਚ 3-4 ਗੱਲਾਂ ਜਿਹੜੀਆਂ ਨੇ ਇੰਪੋਰਟੈਂਟ ਨੇ। ਇੱਕ ਤਾਂ ਇਹ ਹੈਗਾ ਕਿ ਮੈਰਿਜ ਜਿਹੜੀ ਹੈਗੀ ਆ ਉਹ ਏਜ ਕਿਸ 'ਤੇ ਹੋਣੀ ਚਾਹੀਦੀ ਹੈ, ਜਿਹੜੀਆਂ ਕਿ ਵੱਖਰੀਆਂ ਜਿਹੜੀਆਂ ਹੈਗੀਆਂ ਨੇ, ਉਹ ਕਮਿਊਨਿਟੀਜ਼ ਕਹਿ ਲਓ, ਧਰਮ ਕਹਿ ਲਓ, ਜਾਂ ਫਿਰਕੇ ਕਹਿ ਲਓ, ਉਹਨਾਂ ਦੀਆਂ ਵੱਖਰੀਆਂ ਏਜ ਨੇ। ਫਿਰ ਉਹਦੇ 'ਚ ਡਿਵੋਰਸ ਲਾ ਦੇ ਉੱਤੇ ਗੱਲ ਹੈਗੀ ਹੈ। ਫਿਰ ਉਸ ਦੇ ਵਿੱਚ ਅਡੋਪਸ਼ਨ, ਬੱਚੇ ਦੀ ਅਡੋਪਸ਼ਨ ਦੀ ਗੱਲ ਹੈ। ਤੇ ਚੌਥੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਉਹ ਹੈਗੀ ਹੈ ਟ੍ਰਾਂਸਫਰ ਆਫ ਪ੍ਰੋਪਰਟੀ। ਇਹ ਤੇ ਭਗਵੰਤ ਮਾਨ ਜੀ ਜਿਹੜੇ ਹੈਗੇ ਨੇ ਉਹ ਅਜੇ ਲਾਵਾਂ ਫੇਰੇ ਦੀਆਂ ਗੱਲਾਂ ਕਰੀ ਜਾਂਦੇ ਨੇ। ਇੱਕ ਗੱਲ ਮੈਂ ਸ਼ੁਰੂ 'ਚ ਹੀ ਤੁਹਾਨੂੰ ਸਤਨਾਮ ਜੀ ਦੱਸਦਾ ਵਾਂ ਕਿ ਬਹੁਤ ਸਾਰੇ ਜਿਹੜੇ ਲਾ ਹੈਗੇ ਨੇ, ਜਾਂ ਜਿਹੜਾ ਯੂਨੀਫਾਰਮ ਸਿਵਲ ਕੋਡ ਹੈਗਾ, ਇਹ ਸਿੱਖਾਂ ਵਾਸਤੇ ਤਾਂ ਪਹਿਲਾਂ ਹੀ ਜਿਹੜਾ ਆਲਮੋਸਟ ਉਹੀ ਹੈ ਜਿਹੜਾ ਪਹਿਲਾਂ ਹੀ ਨਿਰਦਿਸ਼ਟ ਕਰਦਾ ਹੈ। ਕਿਉਂਕਿ ਦੇਖੋ ਉਹਦੇ 'ਚ ਏਜ ਗਰੁੱਪ ਦੀ ਗੱਲ ਹੈਗੀ ਹੈ। ਇਹਦੇ 'ਚ ਜਿਹੜਾ ਅਫੈਕਟਡ ਹੋ ਰਿਹਾ, ਜਾਂ ਜਿਹੜੀ ਪਾਰਟੀ ਹੁਣ ਦੀ ਘੜੀ ਰੌਲਾ ਪਾ ਰਹੀ ਹੈ, ਜਾਂ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਡਿਫਰੈਂਟ ਹੈਗੇ ਆ, ਉਹ ਸਪੈਸੀਫਿਕਲੀ ਤਾਂ ਇੱਕ ਕਮਿਊਨਿਟੀ ਹੈ ਜਿਹਨੂੰ ਆਪਾਂ ਮੁਸਲਮਾਨ ਕਹਿੰਦੇ ਹਾਂ। ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਏਜ ਹੈਗੀ ਹੈ ਮੈਰਿਜ ਦੀ, ਉਹ ਇਹ ਹੈਗਾ ਕਿ ਜਦੋਂ ਪਿਊਬਰਟੀ ਮੀਨਸ ਜਦੋਂ ਤੁਹਾਨੂੰ ਮੈਂਸਸ ਬੱਚੇ ਨੂੰ ਆ ਗਏ, ਚਾਹੇ ਉਹ 10 ਸਾਲ 'ਚ ਆ ਜਾਣ, ਚਾਹੇ 12 ਸਾਲ 'ਚ ਆ ਜਾਣ, ਤਾਂ ਉਸ ਤੋਂ ਬਾਅਦ ਉਸ ਦੀ ਮੈਰਿਜ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਤੁਸੀਂ ਦੇਖੋ
ਕਿ ਆ ਜਿਹੜਾ ਪੌਕਸੋ ਐਕਟ ਹੈਗਾ, ਇਹ ਜਿਹੜਾ ਹੈਗਾ ਉਹ ਹੈਗਾ ਕਿ ਨਾਬਾਲਗ ਬੱਚੇ ਦੇ ਨਾਲ ਤੁਸੀਂ ਕੋਈ ਵੀ ਚੀਜ਼ ਨਹੀਂ ਕਰ ਸਕਦੇ। ਜਿਸ ਤਰ੍ਹਾਂ ਆਪ ਤੁਸੀਂ ਦੇਖਿਆ ਹੁਣ ਬ੍ਰਿਜ ਭੂਸ਼ਣ ਦੇ ਉੱਤੇ ਜਿਹੜਾ ਪੌਕਸੋ ਐਕਟ ਜਿਹੜਾ ਹੈਗਾ 18 ਸਾਲ ਤੋਂ ਘੱਟ ਉਮਰ ਦੀ ਲੜਕੀ ਤੇ ਲਾਇਆ ਸੀ। ਇੱਕੋ ਹੀ ਕੰਟਰੀ ਦੇ ਵਿੱਚ ਇੱਕ ਬੰਦੇ ਦੇ ਉੱਤੇ ਜਿਹੜਾ ਹੈਗਾ ਤੁਸੀਂ ਪੌਕਸੋ ਐਕਟ ਲਾ ਰਹੇ ਹੋ, ਇੱਕ ਬੰਦਾ ਦੂਸਰੇ ਪਾਸੇ ਹੈਗੀ ਕਮਿਊਨਿਟੀ ਜਿਹੜੀ ਕਹਿੰਦੀ ਅਸੀਂ ਵਿਆਹ ਕਰ ਲਾਂਗੇ। ਤੁਸੀਂ ਦੱਸੋ ਤੁਸੀਂ ਕਿਵੇਂ ਜਿਹੜਾ ਹੈਗਾ ਜਸਟੀਫਾਈ ਕਰਦੇ ਹੋ। ਸਿਮਿਲਰਲੀ ਜਿਹੜੀ ਹੈਗੀ ਹੈ ਇਹ ਡਿਵੋਰਸ ਲਾ ਜਿਹੜੀ ਹੈਗੇ ਨੇ, ਇਹਦੇ 'ਚ ਇਹ ਹੈ ਕਿ ਇਹ ਹਸਬੈਂਡ ਵਾਈਫ ਵਾਸਤੇ ਬਰਾਬਰ ਦੇ ਜਿਹੜੇ ਹੈਗੇ ਉਹ ਰਾਈਟਸ ਜਿਹੜੇ ਹੈਗੇ ਉਹ ਕਰ ਦਿੱਤੇ ਜਾਣ। ਸਿਮਿਲਰਲੀ ਜਿਹੜੀ ਹੈਗੀ ਹੈ ਮੁਸਲਿਮ ਦੇ ਵਿੱਚ ਖਾਸ ਕਰਕੇ ਹੈਗਾ ਕਿ ਤੁਸੀਂ ਅਡਾਪਸ਼ਨ ਨਹੀਂ ਕਰ ਸਕਦੇ। ਅਗਰ ਤੁਹਾਡੇ ਬੱਚਾ ਨਹੀਂ ਹੋਇਆ ਤੇ ਤੁਸੀਂ ਅਡਾਪਟ ਨਹੀਂ ਕਰ ਸਕਦੇ ਔਰ ਤੁਸੀਂ ਅਗਲੀ ਮੈਰਿਜ ਵਾਸਤੇ ਜਾਓਗੇ, ਭਾਵੇਂ ਇਹ ਵੀ ਨਹੀਂ ਅਜੇ ਤੱਕ, ਕਿਉਂਕਿ ਬੰਦਾ ਇਹ ਜਿਹੜਾ ਮੇਲ ਡੋਮੀਨੈਂਟ ਸੋਸਾਇਟੀ ਹੈ ਕਿ ਤੁਹਾਡੇ ਬੱਚਾ ਜਿਹੜਾ ਹੈਗਾ ਉਹ ਨਹੀਂ ਹੋਇਆ ਤਾਂ ਤੁਸੀਂ ਦੂਸਰੀ ਮੈਚ ਕਰ ਲਓਗੇ, ਭਾਵੇਂ ਕਸੂਰ ਆਪਣੇ 'ਚ ਹੀ ਹੋਵੇ। ਇਹਦਾ ਮਤਲਬ ਤੁਸੀਂ ਪਹਿਲੀ ਲੜਕੀ ਨੂੰ ਖਰਾਬ ਕੀਤਾ, ਫਿਰ ਤੁਸੀਂ ਦੂਸਰੀ ਨੂੰ ਵੀ ਖਰਾਬ ਕਰੋਗੇ, ਹੋ ਸਕਦਾ ਤੁਸੀਂ ਤੀਸਰੀ ਨੂੰ ਵੀ ਕਰੋ, ਕਿਉਂਕਿ ਤੁਹਾਡੇ ਕੋਲ ਅਡਾਪਸ਼ਨ ਤਾਂ ਹੈ ਨਹੀਂ। ਫਿਰ ਤੁਸੀਂ ਇਹ ਦੇਖੋ ਹੈਗਾ ਕਿ ਡਿਵੋਰਸ ਦੇ ਵਿੱਚ ਜਿਹੜਾ ਉਹ ਟ੍ਰਿਪਲ ਲਾ ਤਾਂ ਭਾਵੇਂ ਇਹਨਾਂ ਦਾ ਜਿਹੜਾ ਹੈ ਟ੍ਰਿਪਲ ਤਲਾਕ ਵਾਲਾ ਤਾਂ ਗੱਲ ਜਿਹੜੀ ਹੈਗੀ ਆ ਉਹ ਖਤਮ ਹੋ ਗਈ, ਲੇਕਿਨ ਉਸ ਦੇ ਵਿੱਚ ਅਜੇ ਵੀ ਇਹ ਹੈਗਾ ਕਿ ਜਦੋਂ ਤਲਾਕ ਹੋ ਜਾਂਦਾ ਹੈ ਉਹਦੇ 'ਚ ਸਤਨਾਮ ਜੀ ਇਹ ਹੈਗਾ ਕਿ 4 ਮਹੀਨੇ ਜੋ ਮੇਰੀ ਇਨਫੋਰਮੇਸ਼ਨ ਹੈਗੀ ਹੈ ਕਿ 4 ਮਹੀਨੇ ਤੁਹਾਨੂੰ ਐਲੀਮਨੀ ਮੀਨਸ ਜਿਹੜੀ ਉਹ ਤੁਸੀਂ ਡਿਵੋਰਸ ਹੋਇਆ ਤੇ ਵਾਈਫ ਨੂੰ, ਭਾਵੇਂ ਵਾਈਫ ਕੰਮ ਕਰਦੀ ਹੈ ਭਾਵੇਂ ਨਹੀਂ ਕਰਦੀ ਹੈ, ਤੁਸੀਂ ਉਸ ਨੂੰ ਕੰਪਨਸੇਸ਼ਨ ਦੇਣੀ ਹੈ 4 ਮਹੀਨੇ ਤੋਂ ਬਾਅਦ, ਭਾਵੇਂ ਉਹ ਜਿੱਥੇ ਮਰਜ਼ੀ ਜਾਵੇ। ਜੀ ਸਿਮਿਲਰਲੀ ਅਗਲਾ ਹੈਗਾ ਕਿ ਜਿਹੜੀ ਤੁਸੀਂ ਟ੍ਰਾਂਸਫਰ ਆਫ ਪ੍ਰਾਪਰਟੀ ਹੈਗੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਣੇ ਤਾਂ ਇਹ ਤਾਂ ਪਹਿਲਾਂ ਹੀ ਹੈਗੀ ਹੈ ਨਾ ਕਿ ਉਹ ਅਸੀਂ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਸੋਸ਼ਲ ਮੀਡੀਆ ਤੇ ਸੋਸ਼ਲ ਕਸਟਮਸ ਦੇ ਵਿੱਚ ਕਿ ਲੜਕੀਆਂ ਨੂੰ ਜਿਹੜੀ ਹੈਗੀ ਆ ਉਹ ਮਿਲਣੀ ਚਾਹੀਦੀ ਹੈ, ਲੇਕਿਨ ਉੱਥੇ ਮੁਸਲਮਾਨ ਦੇ ਵਿੱਚ ਨਹੀਂ ਹੈ ਇਸ ਗੱਲ ਦਾ। ਤਾਂ ਆਪਣੇ ਕੋਲ ਤਾਂ ਪਹਿਲਾਂ ਹੀ ਹੈਗੀ ਹੈ ਰਾਈਟ, ਕੁੜੀਆਂ ਦੇ ਕੋਲ ਪਹਿਲਾਂ ਹੀ ਰਾਈਟ ਹੈਗਾ ਕਿ ਉਹ ਆਪਣੀ ਪ੍ਰਾਪਰਟੀ ਡਿਵਾਈਡ ਕਰ ਸਕਦੀਆਂ ਨੇ। ਠੀਕ ਹੈ, ਸੋਸ਼ਲੀ ਤੌਰ ਤੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਕੁੜੀਆਂ ਜਿਹੜੀਆਂ ਨੇ ਆਪਣੀ ਪੇਰੈਂਟਸ ਦੀ ਪ੍ਰਾਪਰਟੀ ਨੂੰ ਨਹੀਂ ਲੈ ਰਹੀਆਂ ਵਿੱਚ। ਸੋ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਗੱਲ ਕਿਤੇ ਦੀ ਹੈ ਤੇ ਉਹਨੂੰ ਤੋੜ ਕਿਤੇ ਹੋਰ ਹੀ ਦਿੱਤਾ ਹੋਇਆ ਹੈ। ਔਰ ਸਤਨਾਮ ਜੀ ਜਿਹੜੀ ਸਟੇਟਮੈਂਟ ਭਗਵੰਤ ਮਾਨ ਜੀ ਦੀ ਹੈਗੀ ਹੈ ਉਹ ਹਾਸੇ ਵਾਲੀ ਇਸ ਕਰਕੇ ਹੈਗੀ ਹੈ ਕਿ ਇਹਦਾ ਮਤਲਬ ਉਹਨਾਂ ਨੇ ਬਿੱਲ ਨੂੰ ਪੜ੍ਹਿਆ ਨਹੀਂ ਕੁਝ ਵੀ। ਉਹ ਤਾਂ ਜਿਵੇਂ ਤੁਰੇ ਜਾਂਦੇ ਬੰਦਾ ਜਿਹੜਾ ਹੈਗਾ ਨੌਟੰਕੀ ਕਰਦਾ ਨਾ, ਉਹ ਨੌਟੰਕੀ ਵਾਲਾ ਕੰਮ ਹੈ ਵਿੱਚ, ਜਿਹੜਾ ਕਿ ਭਗਵੰਤ ਮਾਨ ਜੀ ਨੂੰ ਇਸ ਗੱਲ ਨੂੰ ਯਾਦ ਰੱਖਣਾ ਪਏਗਾ ਕਿ ਜਿਹੜੇ ਚੀਫ ਮਿਨਿਸਟਰ ਦੇ ਵਰਡਸ ਕਹੇ ਹੁੰਦੇ ਨੇ ਉਹ ਕਾਨੂੰਨ ਬਣ ਜਾਂਦੇ ਨੇ ਵਿੱਚ, ਕਿਉਂਕਿ ਇੱਕ ਬੜੀ ਫੇਮਸ ਕੋਟੇਸ਼ਨ ਹੈਗੀ ਹੈ, ਇਟ ਇਜ਼ ਨਾਟ ਦਾ ਵਰਡਸ, ਇਟ ਇਜ਼ ਦਾ ਪਰਸਨ ਬਿਹਾਈਂਡ ਦਾ ਵਿਚ ਮੈਟਰਸ। ਸੋ ਪਰਸਨ ਬਿਹਾਈਂਡ ਦਾ ਵਰਡ ਜਿਹੜਾ ਹੈਗਾ ਉਹ ਚੀਫ ਮਿਨਿਸਟਰ ਹੈ। ਚੀਫ ਮਿਨਿਸਟਰ ਹੀ ਪੰਜਾਬ ਦੇ ਲੋਕਾਂ ਨੂੰ ਮਿਸਗਾਈਡ ਕਰ ਰਿਹਾ ਔਰ UCC ਬਾਰੇ ਤੁਹਾਨੂੰ ਬਿਲਕੁਲ ਹੀ ਨਹੀਂ ਪਤਾ। ਔਰ ਸੈਕੰਡ ਗੱਲ ਹੈਗੀ ਹੈ ਕਿ ਜਦੋਂ ਕਿ ਇਹਨਾਂ ਦੀ ਜਿਹੜੀ ਸੈਂਟਰਲ ਕਮਾਂਡ ਹੈਗੀ ਹੈ ਜਿਹਦੇ ਵਿੱਚ ਪੰਜਾਬ ਦੇ ਰਾਜ ਸਭਾ MP ਹੈਗੇ ਨੇ ਸੰਦੀਪ ਪਾਠਕ ਜੀ, ਭਾਵੇਂ ਆਪਾਂ ਮੰਨ ਕੇ ਚੱਲਦੇ ਹਾਂ ਪੰਜਾਬ ਤੋਂ ਨਹੀਂ ਵੀ ਹੈਗੇ, ਪੰਜਾਬ ਦੇ ਥਰੂ ਚੋਣ ਹੋਈ ਹੈ ਉਹਨਾਂ ਦੀ ਡਾਕਟਰ ਸਾਹਿਬ, ਔਰ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਜੇ ਤੁਸੀਂ ਉਹਨਾਂ ਦੀ ਸਟੇਟਮੈਂਟ ਜਿਹੜੀ ਹੈਗੀ ਹੈ ਥੋੜੀ ਜਿਹੀ ਵੀ ਪੜੋ ਤਾਂ ਡਾਕਟਰ ਸਾਹਿਬ ਮੈਂ ਇੱਥੇ ਸਵਾਲ ਲੈਣਾ ਚਾਹੁੰਦਾ। ਤੁਸੀਂ ਇੰਨੇ ਵਧੀਆ ਤਰੀਕੇ ਨਾਲ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਆਖਰਕਾਰ UGC ਹੈ ਕੀ, ਤੇ ਇੱਥੇ ਹੀ ਜਿਹੜਾ MP ਨੇ ਸੰਦੀਪ ਪਾਠਕ ਉਹ ਕਹਿੰਦੇ ਆ ਕਿ ਅਸੀਂ ਸਮਰਥਨ ਕਰ ਰਹੇ ਆ ਤੇ ਇੱਧਰ CM ਮਾਨ ਉਸ ਦੇ ਉਲਟ ਜਾ ਕੇ ਬਿਆਨ ਦੇ ਰਹੇ ਨੇ। ਕੀ ਹੁਣ ਅਸੀਂ ਸਮਝੀਏ ਕਿ ਉਹ ਜਾਂ ਤਾਂ ਫਿਰ UGC ਨੂੰ ਸਮਝ ਹੀ ਨਹੀਂ ਪਾਏ, ਦੂਜੀ ਗੱਲ ਕੀ ਹੁਣ ਉਹ ਆਪ ਦੀ ਵਿਚਾਰਧਾਰਾ ਤੋਂ ਪਿੱਛੇ ਹਟ ਗਏ ਆ, ਤੀਜੀ ਗੱਲ ਜੇਕਰ ਕੋਈ ਮੁੱਖ ਮੰਤਰੀ ਕੋਈ ਬਿਆਨ ਦਿੰਦਾ ਹੈ ਕਿ ਉਹ ਆਪਣੇ ਸੈਕਟਰੀਏਟ ਜਾਂ ਆਪਣੇ ਜਿਹੜਾ ਮੁਲਾਜ਼ਮ ਨੇ ਉਹਨਾਂ ਨੇ ਰੱਖੇ ਹੋਏ ਸਲਾਹਕਾਰ ਨੇ ਕਿ ਉਹਨਾਂ ਤੋਂ ਸਲਾਹ ਲੈ ਕੇ ਗੱਲ ਨਹੀਂ ਕਰਦੇ ਕਿ ਹੁਣ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਦੂਜਿਆਂ ਦੀ ਅਸੀਂ ਗੱਲ ਕਰਦੇ ਹਾਂ ਉਹ ਤਾਂ ਆਪਣਾ ਜਿਹੜਾ ਸਪੀਚ ਹੁੰਦੀ ਸੀ ਉਹ ਵੀ ਲਿਖ ਕੇ ਲਿਆਂਦੇ ਸੀਗੇ, ਹਾਲਾਂਕਿ ਮੁੱਖ ਮੰਤਰੀ 'ਚ ਇੰਨਾ ਕੁ ਟੈਲੈਂਟ ਹੈ ਸਾਡੇ 'ਚ ਕਿ ਉਹ ਸਪੀਚ ਲਿਖਣ ਦੀ ਲੋੜ ਨਹੀਂ। ਜਦੋਂ ਅਸੀਂ ਇੱਕ ਮਿੰਟ ਜੀ, ਜਿੱਥੇ ਕਹਿ ਰਹੇ ਹਾਂ ਕਿ 3.5 ਕਰੋੜ ਲੋਕਾਂ ਨੂੰ ਜਵਾਬ ਦਿਆਂ ਤਾਂ ਉਸ ਮੌਕੇ ਇਹ ਨਹੀਂ ਚਾਹੀਦਾ ਕਿ ਅਸੀਂ ਉਹਨਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਈਏ। ਇਹ ਨਹੀਂ ਕਿ ਉਹਨਾਂ ਪਰਾਂ ਤੋਂ ਜਿਹੜਾ ਗੱਲ ਸੁਣ ਕੇ ਗੱਲ ਜਿਹੜੀ ਸਮਝਾ ਦਈਏ, ਜਿਵੇਂ ਗੋਲਡੀ ਬਰਾੜ ਵਾਲਾ ਹੋਇਆ ਮਸਲਾ। ਜੀ ਡਾਕਟਰ ਸਾਹਿਬ, ਮੈਂ ਇਹ ਕਹਿ ਰਿਹਾ ਸਤਨਾਮ ਜੀ ਕਿ ਇਹ ਇਕੱਲਾ ਗੋਲਡੀ ਬਰਾੜ ਵਾਲਾ ਮੁੱਦਾ ਨਹੀਂ ਹੈ। ਮੁੱਦਾ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿੱਡਾ ਵੱਡਾ ਪੰਜਾਬ ਦੇ ਵਿੱਚ ਇਸ਼ੂ ਹੈਗਾ ਸੀਗਾ, ਇਹ ਜਿਹੜਾ ਬ੍ਰੌਡਕਾਸਟ ਕਰਨਾ ਹੈ ਆਪਣਾ ਗੁਰਬਾਣੀ ਦਾ ਜੀ, ਉਹ ਬਿੱਲ ਜਿਹੜਾ ਅਮੈਂਡਮੈਂਟ ਬਿੱਲ ਜਿਹੜਾ ਹੈਗਾ ਉਹ ਪਾਸ ਪਹਿਲਾਂ ਕਰ ਲਿਆ ਤੇ ਲੀਗਲ ਰਾਏ ਵਾਸਤੇ ਬਾਅਦ ਭੇਜ ਰਹੇ ਹੈ ਜੀ। ਤੁਸੀਂ ਦੇਖੋ ਇਸ ਦਾ ਮਤਲਬ ਹੈਗਾ ਕਿ ਇਹ ਭਗਵੰਤ ਮਾਨ ਜੀ
ਇਹ ਆਪਣੀ ਕਿਸੇ ਟੀਮ ਦੇ ਨਾਲ ਗੱਲ ਹੀ ਨਹੀਂ ਕਰਦੇ, ਜਾਂ ਫਿਰ ਟੀਮ ਜਿਹੜੀ ਹੈਗੀ ਉਹਨਾਂ ਨੂੰ ਮਿਸਗਾਈਡ ਕਰਦੀ ਹੈ। ਆ ਜਿਹੜਾ ਆਪਣੀ ਆਪਾਂ ਇਹ ਵੀ ਗੱਲ ਕਰਦੇ ਆ, ਉਸ ਤੋਂ ਪਹਿਲਾਂ ਤੁਸੀਂ ਦੇਖਿਆ ਤੁਸੀਂ ਗੁਲਟੀ ਬਰਾੜ ਵਾਲੇ ਮੁੱਦੇ ਦੀ ਗੱਲ ਕੀਤੀ ਹੈ। ਮੈਂ ਹੁਣੇ ਦੇਖ ਸੁਣ ਰਿਹਾ ਸੀਗਾ ਕਿ ਸਤਨਾਮ ਜੀ ਇਹ ਜਿਹੜਾ ਇਹ ਕਹਿੰਦੇ ਆ ਕਿ ਉਹ ਜਿਹੜਾ ਅੰਸਾਰੀ ਸੀਗਾ ਗੈਂਗਸਟਰ, ਉਹਨੂੰ ਜਦੋਂ ਜੇਲ੍ਹ ਦੇ ਵਿੱਚ ਰੱਖਿਆ, ਉਹਦੇ ਪੈਸੇ ਜਿਹੜੇ ਹੈਗੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਰੰਧਾਵਾ ਦੇਣ। ਜਦੋਂ ਕਿ ਇਹ ਗੱਲ ਹੈਗੀ ਆ ਕਿ ਇਹ ਜਿਹੜਾ ਜਦੋਂ ਇੱਕ ਵਾਰੀ ਕੋਈ ਉਹਦੇ ਮੈਂ ਦੇਖ ਰਿਹਾ ਸੀਗਾ ਕਿ FIR ਵੀ ਦਰਜ ਹੋਈ ਹੈ ਅੰਸਾਰੀ ਦੇ ਅਗੇਂਸਟ। ਜਦੋਂ ਕੋਈ ਇੱਕ ਪਾਲਿਸੀ ਪਾਸ ਹੋ ਜਾਂਦੀ ਹੈ, ਉਹ ਪੈਸੇ ਜਿਹੜੇ ਹੈਗੇ ਨੇ ਉਹ ਸਰਕਾਰ ਨੇ ਹੀ ਦੇਣੇ ਹੁੰਦੇ ਨੇ। ਇੱਥੇ ਇੱਕ ਹੋਰ ਗੱਲ ਵੀ ਹੈ, ਅਜੇ ਪੈਸੇ ਤਾਂ ਦਿੱਤੇ ਹੀ ਨਹੀਂ, ਤੁਸੀਂ ਰਿਕਵਰੀ ਤੁਸੀਂ ਪਹਿਲੇ ਕਰਨ ਲੱਗੇ। ਪਹਿਲਾਂ ਤਾਂ ਸਰਕਾਰ ਪੈਸੇ ਦੇਵੇ, ਉਹ ਜਿਹੜੇ ਵਕੀਲ ਕੀਤੇ ਹੋਏ ਉਹਨਾਂ ਨੂੰ, ਉਸ ਤੋਂ ਬਾਅਦ ਫਿਰ ਉਹ ਜੇ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨੇ ਬਹੁਤ ਗਲਤ ਕੀਤਾ ਹੈ, ਜਿਹੜਾ ਕਿ ਮੈਨੂੰ ਲੱਗਦਾ ਨਹੀਂ, ਇਸ ਕਰਕੇ ਕਿਉਂਕਿ FIR ਦਰਜ ਹੋਈ ਹੈ ਔਰ ਗਵਰਨਮੈਂਟ ਦਾ ਇੱਕ ਇਸ ਤਰ੍ਹਾਂ ਦਾ ਫਿਰ ਕਰ ਲੱਗੇ ਤਾਂ ਫਿਰ ਤੁਸੀਂ ਸਾਰੇ ਪੈਸੇ ਵਾਪਸ ਲਓਗੇ। ਉਹਦਾ ਤਾਂ ਜਵਾਬ ਅਜੇ ਤੱਕ ਮੈਂ ਤੁਹਾਨੂੰ ਹੋਰ ਲੇਟੈਸਟ ਵੀ ਹੁਣੇ ਸਤਨਾਮ ਜੀ ਦੱਸ ਦਵਾਂ ਕਿ ਸੁਪਰੀਮ ਕੋਰਟ ਨੇ ਅੱਜ ਆਰਡਰ ਕੀਤੇ ਦਿੱਲੀ ਗਵਰਨਮੈਂਟ ਦੇ ਅਗੇਂਸਟ ਕਿ ਤੁਹਾਡੇ ਕੋਲ ਇਨਫਰਾਸਟ੍ਰਕਚਰ ਵਾਸਤੇ ਪੈਸੇ ਹੈ ਨਹੀਂ ਔਰ ਤੁਸੀਂ ਐਡਸ ਵਾਸਤੇ ਤੁਹਾਡੇ ਕੋਲ ਪੈਸੇ ਜਿਹਨਾਂ ਉਹਨਾਂ ਨੇ ਪਿਛਲੇ 3 ਸਾਲਾਂ ਦਾ ਕੋਈ ਸਾਨੂੰ ਜਵਾਬ ਦਿਓ ਵਿੱਚ ਜਿਹੜੀ ਹੈਗੀ ਹੈ ਕਿੰਨੀ ਐਡ ਤੁਸੀਂ ਕੀਤੀ ਹੈ। ਆਪਾਂ ਗੱਲ ਕਰ ਰਹੇ ਸੀਗੇ, ਆਪਾਂ ਉਸ ਦੀ ਗੱਲ ਨਹੀਂ ਕਰਦੇ, ਆਪਾਂ ਅਜੇ ਤੱਕ UCC ਦੀ ਜਿਹੜੀ ਹੈਗੀ ਆ ਉਹ ਗੱਲ ਕਰਦੇ ਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਦਾ ਮਤਲਬ ਇਹ ਹੈਗਾ ਕਿ ਭਗਵੰਤ ਮਾਨ ਜੀ ਦੇ ਨਾਲ ਜਿਹੜੀ ਟੀਮ ਹੈਗੀ ਹੈ ਉਹ ਜਾਂ ਤਾਂ ਇਨਕੰਪੀਟੈਂਟ ਟੀਮ ਹੈ, ਜਾਂ ਇਹ ਗੱਲ ਹੈਗੀ ਹੈ ਕਿ ਭਗਵੰਤ ਮਾਨ ਜੀ ਉਹਨਾਂ ਨੂੰ ਉਸ ਗੱਲ ਨੂੰ ਸੁਣਦੇ ਨਹੀਂ। ਔਰ ਜਿਹੜੀ ਇੱਕ ਮੈਨੂੰ ਇਸ ਗੱਲ ਦਾ ਸਭ ਤੋਂ ਵੱਡਾ ਡਾਊਟ ਹੈ ਕਿ ਭਗਵੰਤ ਮਾਨ ਜੀ ਇੱਕ ਨਟੰਕੀ ਕਰਦੇ ਆ, ਉਹ ਨਾਟਕਕਾਰ ਜੋ ਵੀ ਉਹ ਰਹੇ ਹੈ ਵਿੱਚ ਕਮੇਡੀ ਕਰਦੇ ਸੀ, ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਆਪਣੀ ਗੱਲ ਜਿਹੜੀ ਹੈਗੀ ਆ ਉਹ ਪਹਿਲਾਂ ਕਹਿੰਦੇ ਆ ਤੇ ਸੁਣਦੇ ਬਾਅਦ ਚ ਇਹਦੇ ਚ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਇਸ ਨੂੰ ਆਪਾਂ ਇਹ ਗੱਲ ਕਹਾਂਗੇ ਕਿ ਪਾਰਟੀ ਦਾ ਤਕਰਾਰ ਤਾਂ ਮੈਂ ਨਹੀਂ ਕਹਾਂਗਾ, ਲੇਕਿਨ ਇਹ ਗੱਲ ਕਹਾਂਗਾ ਕਿ ਕਿਉਂਕਿ ਭਗਵੰਤ ਮਾਨ ਜੀ ਹੁਣਾਂ ਨੇ UCC ਬਿੱਲ ਨੂੰ ਬਿਲਕੁਲ ਨਹੀਂ ਪੜ੍ਹਿਆ। ਉਹਨਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇੱਧਰੋਂ ਸੁਣੀਆਂ, ਉਧਰੋਂ ਇਹ ਨਹੀਂ ਸੋਚਿਆ ਕਿ ਉਹਨਾਂ ਦੀ ਪਾਰਟੀ ਦੇ ਜਿਹੜੀ ਸੈਂਟਰਲ ਕਮਾਂਡ ਹੈਗੀ ਹੈ ਉਹ ਕੀ ਕਹਿ ਰਹੀ ਹੈ। ਉਹਦੇ 'ਚ ਮੈਂ ਗੱਲ ਕਹਿ ਰਿਹਾ ਸੀਗਾ ਕਿ ਸੰਦੀਪ ਆਪਜੀਤ ਜੀ ਨੇ ਜੋ ਬਿਆਨ ਦਿੱਤਾ ਸੀਗਾ, ਪੰਜਾਬ ਦੇ ਰਾਜ ਸਭਾ ਦੇ ਮੈਂਬਰ ਨੇ, ਉਹ ਪੰਜਾਬ ਨੂੰ ਰਾਜ ਸਭਾ ਦੇ ਮੈਂਬਰ ਨੇ, ਲੇਕਿਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਕੋਈ ਮੁੱਦਾ ਦੇਸ਼ ਹਿੱਤ ਦਾ ਹੈਗਾ ਤੇ ਅਸੀਂ ਪਾਰਟੀ ਤੋਂ ਉੱਠ ਕੇ ਉਸ ਦੀ ਸਪੋਰਟ ਕਰਾਂਗੇ। ਲੇਕਿਨ ਉਹਨਾਂ ਨੇ ਨਾਲ ਜਿਹੜੀ ਗੱਲ ਕਹੀ ਹੈ ਉਹ ਵੀ ਗੱਲ ਜਿਹੜੀ ਹੈਗੀ ਆ ਉਹ ਜਾਇਜ਼ ਹੈਗੀ ਹੈ ਕਿ ਜਦੋਂ ਇਹ ਕਾਨੂੰਨ ਬਣੇਗਾ ਇਹਦੇ ਤੇ ਪੂਰੀ ਡਿਟੇਲ ਵਿਚਾਰ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਹ ਕਾਨੂੰਨ ਬਣਨਾ ਚਾਹੀਦਾ ਹੈ। ਪਰ ਅਸੀਂ ਯੂਨੀਫਾਰਮ ਸਿਵਲ ਕੋਡ ਦੇ ਹੱਕ 'ਚ ਇਹ ਗੱਲ ਹੈ। ਔਰ ਮੇਰੇ ਹਿਸਾਬ ਨਾਲ ਸਤਨਾਮ ਜੀ ਇਹ ਸਿਆਣੀ ਗੱਲ ਹੈ ਕਿ ਇਸ ਦਾ ਮਤਲਬ ਤੁਸੀਂ ਆਪੋਜੀਸ਼ਨ ਜਸਟ ਫਾਰ ਦਾ ਸੇਕ ਆਫ ਆਪੋਜੀਸ਼ਨ ਨਹੀਂ ਹੋਣੀ ਚਾਹੀਦੀ। ਸੋ ਇਹਦੇ 'ਚ ਅੱਜ ਜਿਹੜਾ ਹੈਗਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੋ ਭਗਵੰਤ ਮਾਨ ਜੀ ਉਹਨਾਂ ਨੇ ਇਹ ਗੱਲ ਕਹੀ ਹੈ, ਇਹ ਗੱਲ ਇੱਥੋਂ ਲੱਗ ਰਹੀ ਹੈ ਕਿ ਉਹਨਾਂ ਨੇ UCC ਬਾਰੇ ਬਿਲਕੁਲ ਨਹੀਂ ਜਿਹੜਾ ਹੈਗਾ ਪੜ੍ਹਿਆ ਔਰ ਉਹਨਾਂ ਨੇ ਮਿਸਗਾਈਡ ਕੀਤਾ ਹੈ ਪੰਜਾਬ ਨੂੰ। ਇਸ ਮੁੱਦੇ ਤੇ ਨਹੀਂ ਕੀਤਾ। ਇਸ ਤੋਂ 2 ਦਿਨ ਪਹਿਲਾਂ ਜਿਹੜਾ ਹੈਗਾ ਉਹ ਇਹਨਾਂ ਦੇ ਇਹ ਜਿਹੜਾ ਅੰਸਾਰੀ ਵਾਲਾ 55 ਲੱਖ ਰੁਪਏ ਦੀ ਗੱਲ ਹੋ ਰਹੀ ਹੈ ਉਸ ਤੇ ਵੀ ਮਿਸਗਾਈਡ ਕੀਤਾ ਹੈ। ਉਸ ਦੇ ਨਾਲ ਹੀ ਅਜੇ ਜਿਹੜਾ ਪਿਛਲੇ ਹਫਤੇ ਜੋ ਕੁਛ ਇਹਨਾਂ ਨੇ 10 ਦਿਨ ਪਹਿਲਾਂ ਜੋ ਕੁਛ ਕੀਤਾ ਸੀਗਾ 19-20 ਜਿਹੜੀ ਹੈਗੀ ਹੈ ਜੂਨ ਨੂੰ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਗੁਰਬਾਣੀ ਦੇ ਜਿਹੜਾ ਟ੍ਰਾਂਸਮਿਸ਼ਨ ਹੈਗੀ ਆ ਉਹਦੇ ਤੇ ਕਿਸੇ ਬੰਦੇ ਨੂੰ ਕੋਈ ਰਿਐਕਸ਼ਨ ਨਹੀਂ। ਸਿਰਫ ਪੰਜਾਬ ਦੇ ਲੋਕਾਂ ਨੂੰ ਆਬਜੈਕਸ਼ਨ ਹੈਗਾ ਕਿ ਤੁਸੀਂ ਗੁਰਦੁਆਰੇ ਐਕਟ ਦੇ ਵਿੱਚ ਜਿਹੜੀ ਹੈਗੀ ਆ ਉਹ ਚੇਂਜ ਕਰਨੀ ਆ, ਤਾਂ SCPC ਕੋਲ ਪੁੱਛਣਾ ਚਾਹੀਦਾ। ਸੋ ਇਹਦਾ ਮਤਲਬ ਭਗਵੰਤ ਮਾਨ ਜੀ ਮਿਸਗਾਈਡ ਕਰ ਰਹੇ ਨੇ, ਬਹੁਤ ਵੱਡੀ ਮਿਸਗਾਈਡ ਕਰ ਰਹੇ ਨੇ। ਔਰ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਜੇ ਆਪਾਂ ਕਈ ਵਾਰੀ ਵਰਡ ਯੂਜ਼ ਕਰਦੇ ਹੁੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਉਹ ਕਹਿੰਦੇ ਹੁੰਦੇ ਆ ਕਿ ਇਹ ਬੰਦੇ ਤਾਂ ਵਰਥ ਹੀ ਨਹੀਂ ਹੈ ਐਡਮਿਨਿਸਟ੍ਰੇਸ਼ਨ ਦੇ। ਮੈਨੂੰ ਵੀ ਸ਼ਾਇਦ ਅੱਜ ਇਹ ਵਰਡਸ ਕਹਿਣੇ ਪੈਣਗੇ ਕਿ ਸ਼ਾਇਦ ਭਗਵੰਤ ਮਾਨ ਜੀ ਚੀਫ ਮਿਨਿਸਟਰ ਦੀ ਪੋਸਟ ਵਾਸਤੇ ਵਰਥ ਵੀ ਹੈ ਜਾਂ ਨਹੀਂ ਹੈ, ਇਹ ਸੋਚਣਾ ਪਏਗਾ। ਜੀ ਡਾਕਟਰ ਸਾਹਿਬ, ਗੱਲ ਕਰੀਏ ਤਾਂ ਇਹ ਕਿਵੇਂ ਚੱਲੇਗਾ ਜੀ? ਹਰ ਇੱਕ ਮੁੱਦੇ ਤੇ ਸੀਰੀਅਸਨੈਸ ਨਹੀਂ ਦਿਖਦੀ। ਪਹਿਲਾਂ BMW ਦਾ ਮਸਲਾ ਹੋਇਆ, ਗੋਲਡੀ ਬਰਾੜ ਦਾ ਮਸਲਾ ਹੋਇਆ, ਤੇ ਐਡਾ ਵੱਡਾ ਦੇਸ਼ ਵਿੱਚ ਜਿਹੜਾ UGC ਦਾ ਜਿਹੜਾ ਮਸਲਾ ਉੱਠਿਆ ਹੋਇਆ। ਹਾਲਾਂਕਿ ਬਹੁਤ ਸਾਰੇ ਜਿਹੜੇ ਤੁਹਾਡੇ ਵਰਗੇ ਸੂਝਵਾਨ ਨੇ ਜਾਂ ਚੰਗਾ ਨੇਤਾ ਨੇ ਉਹ ਵੀ ਇਸ ਦਾ ਸਮਰਥਨ ਕਰ ਰਹੇ ਨੇ। ਇੱਥੋਂ ਤੱਕ ਕਿ ਕਾਂਗਰਸ ਇੱਕ ਪਾਸੇ ਵਿਰੋਧ ਕਰ ਰਹੀ ਹੈ ਤੇ ਹਿਮਾਚਲ ਪ੍ਰਦੇਸ਼ ਤੋਂ ਉਹਨਾਂ ਦੇ ਮੰਤਰੀ ਨੇ ਸਮਰਥਨ ਕੀਤਾ ਹੈ। ਤਾਂ ਇਸ ਦੇ ਚੱਲਦਿਆਂ ਜਦੋਂ ਐਡਾ ਵੱਡਾ ਮੁੱਦਾ ਹੈ ਤਾਂ ਤੁਸੀਂ ਉਸ ਨੂੰ ਗੋਲ ਮੋਲ ਤਰੀਕੇ ਨਾਲ 3.5 ਕਰੋੜ ਲੋਕਾਂ ਅੱਗੇ ਪੇਸ਼ ਕਰ ਰਹੇ ਹੋ।
ਕਿ ਜਦੋਂ ਉਹ ਕਾਨੂੰਨ ਬਣ ਕੇ ਲੋਕਾਂ ਦੇ ਹੱਥਾਂ ਵਿੱਚ ਜਾਏਗਾ ਉਦੋਂ ਲੋਕ ਜਿਹੜੇ ਵਾਹ-ਵਾਹ ਕਰ ਰਹੇ ਨੇ ਜਾਂ ਵੱਖ-ਵੱਖ ਤਰੀਕੇ ਨਾਲ ਜਿਹੜਾ ਸੀਐਮ ਦੀ ਵਾਹ-ਵਾਹ 'ਚ ਲੱਗੇ ਹੋਏ ਨੇ, ਉਹ ਜਦੋਂ ਉਸ ਨੂੰ ਪੜ੍ਹਨਗੇ ਤਾਂ ਕਿ ਉਹ ਮੱਥੇ ਤੇ ਹੱਥ ਨਹੀਂ ਮਾਰਨਗੇ ਕਿ ਹੈ ਕੁਝ ਸੀਗਾ ਤੇ ਨਿਕਲਿਆ ਕੁਝ ਹੋਰ? ਜੀ ਨਹੀਂ, ਸਤਰਾਮ ਜੀ, ਇਹ ਗੱਲਾਂ ਤਾਂ ਦੇਖੋ, ਮੇਰੇ ਵੱਲੋਂ ਨਾ ਇੱਕ ਜ਼ਰਾ ਸੋਚੋ ਨਾਂ ਦਾ ਟਾਈਟਲ ਇੱਕ ਰੋਜ਼ ਹੀ ਲਿਖਿਆ ਜਾਂਦਾ ਤਾਂ ਮੈਂ ਚਲੋ ਤੁਹਾਡੇ ਵਿਊਅਰਸ ਵਾਸਤੇ, ਆਪਣੇ ਫਰੈਂਡਸ ਵਾਸਤੇ ਇਹ ਗੱਲ ਕਹਿ ਦੇਣਾ ਕਿ ਮੇਰੀ ਫੀਲਿੰਗ ਦਲੇਰ ਮਲਤਾਨੀ ਦੇ ਤੌਰ ਤੇ ਜੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਇਹ ਬਹੁਤ ਸਾਰੇ ਮੁੱਦੇ ਜਿਹੜੇ ਹੈਗੇ ਨੇ ਉਹਦੇ 'ਚ ਮੈਂ ਇਹ ਨਹੀਂ ਕਹਾਂਗਾ ਕਿ ਜੋ ਕੁਝ ਮੈਂ ਲਿਖਿਆ ਹੋਏਗਾ ਉਹੀ ਸੱਚ ਹੋਏਗਾ, ਲੇਕਿਨ ਉਸ ਨੂੰ ਪੜ੍ਹ ਕੇ ਵਿਚਾਰਿਆ ਜਾ ਸਕਦਾ ਹੈ। ਵਿਚਾਰ ਕਰਕੇ ਤੁਸੀਂ ਮਰਜ਼ੀ ਆਪਣੀ ਕਰ ਲਿਓ ਕਿ ਵਾਕਈ ਤੁਸੀਂ ਉਸ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ। ਮੈਂ ਅੱਜ ਹੀ ਲਿਖਿਆ ਸੀਗਾ ਕਿ ਕੀ ਅਸੀਂ ਸੱਚ ਬੋਲ ਸਕਦੇ ਹਾਂ, ਤਾਂ ਉਹਦਾ ਜਵਾਬ ਇਹ ਹੈਗਾ ਕਿ ਨਹੀਂ, ਸੱਚ ਨਹੀਂ ਹੈ ਅਸੀਂ ਬੋਲ ਰਹੇ। ਨਾ ਤਾਂ ਸਰਕਾਰ ਸੱਚ ਬੋਲ ਰਹੀ ਹੈ, ਨਾ ਲੋਕ ਸੱਚ ਬੋਲ ਰਹੇ ਹੈ, ਨਾ ਮੁਲਾਜ਼ਮ ਸੱਚ ਬੋਲ ਰਹੇ ਹੈ, ਨਾ ਇਹ ਧਾਰਮਿਕ ਨੇਤਾ ਜਿਹੜੇ ਹੈਗੇ ਨੇ ਉਹ ਸੱਚ ਬੋਲ ਰਹੇ ਹੈ। ਆਪਾਂ ਝੂਠ ਦੇ ਦੁਆਲੇ ਦੁਆਲੇ ਘੁੰਮੀ ਜਾ ਰਹੇ ਹਾਂ ਔਰ ਅਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹਾਂ। ਚਲੋ ਮੇਰੇ ਵਰਗਾ ਆਮ ਬੰਦਾ ਜਿਹੜਾ ਹੈਗਾ ਜਦੋਂ ਝੂਠ ਮਾਰਦਾ ਥੱਲੇ ਵਾਲਾ, ਉਹਦੀ ਝੂਠ ਦੀ ਵੈਲਿਊ ਬਹੁਤ ਘੱਟ ਜਾਂਦੀ ਹੈ। ਲੇਕਿਨ ਝੂਠ ਤੇ ਗੁੰਮਰਾਹ ਕਰਨ ਵਾਲਾ, ਅਗਰ ਤੁਹਾਡਾ ਚੀਫ ਮਿਨਿਸਟਰ, ਜਿਹੜਾ ਮੈਂ ਇੱਕ ਵਰਡ ਯੂਜ਼ ਕੀਤਾ, ਇਟ ਇਜ਼ ਨਾਟ ਦ ਵਰਡਸ, ਦ ਪਰਸਨ ਬਿਹਾਈਂਡ ਦ ਵਰਡ ਵਿਚ ਮੈਟਰਸ। ਸੋ ਮੇਰੀ ਕਹੀ ਹੋਈ ਗੱਲ ਉਨੀ ਮੈਟਰ ਨਹੀਂ ਕਰਦੀ, ਚੀਫ ਮਿਨਿਸਟਰ ਦੀ ਗੱਲ ਜਿਹੜੀ ਹੈਗੀ ਉਹ ਮੈਟਰ ਕਰਦੀ। ਚੀਫ ਮਿਨਿਸਟਰ ਨੂੰ ਸੋਚ ਸਮਝ ਕੇ ਜਿਹੜਾ ਹੈਗਾ ਉਹ ਬੋਲਣਾ ਚਾਹੀਦਾ ਹੈ ਔਰ ਉਹਨਾਂ ਦੇ ਕਹੇ ਹੋਏ ਵਰਡਸ ਜਿਹੜੇ ਹੈਗੇ ਨੇ ਉਹ ਕਾਨੂੰਨ ਬਣ ਜਾਣਗੇ ਵਿੱਚ, ਉਹ ਉਸ ਦਾ ਉਹਨਾਂ ਨੂੰ ਫਿਰ ਬਾਅਦ ਜਵਾਬ ਵੀ ਦੇਣਾ ਪਏਗਾ। ਔਰ ਇਹ ਵੀ ਨਹੀਂ ਹੈਗਾ ਕਿ ਅਸੀਂ ਚੀਫ ਮਿਨਿਸਟਰ ਜਿਹੜਾ ਹੈਗਾ ਉਹ ਸਟੇਜ ਤੇ ਜੋ ਮਰਜ਼ੀ ਬੋਲੀ ਜਾਣ ਤੇ ਕਿਸੇ ਵੀ ਬੰਦੇ ਨੂੰ ਤੁਸੀਂ ਸੱਚੇ ਝੂਠੇ ਬਦਨਾਮ ਵੀ ਕਰੀ ਜਾਓ ਔਰ ਫਿਰ ਤੁਸੀਂ ਬਾਅਦ 'ਚ ਤੁਹਾਡੇ ਕੋਲ ਜਵਾਬ ਨਾ ਹੋਵੇ। ਸਤਨਾਮ ਜੀ, ਵਿੱਚ ਮੈਂ ਤੁਹਾਨੂੰ ਹੋਰ ਵੀ ਐਡ ਕਰ ਦੇਵਾਂ ਕਿ ਜਿਹੜਾ ਇੱਕ ਦਿਨ ਇਹਨਾਂ ਨੇ ਮੁੰਡਾ ਜਿਹੜਾ ਪ੍ਰੈਜ਼ੈਂਟ ਕੀਤਾ ਸੀਗਾ, ਉਹ 2 ਕਰੋੜ ਰੁਪਇਆ ਕਹਿੰਦੇ ਸੀ, ਰਾਂਝੀ ਟਰਾਫੀ ਵਾਲਾ ਮੁੰਡਾ ਜਿਹੜਾ ਹੈਗਾ, ਉਹ ਕਹਿੰਦਾ ਸੀਗਾ ਕਿ ਮੇਰੇ ਕੋਲ ਚੰਨੀ ਨੇ ਮੰਗਿਆ। ਹੁਣ ਉਸ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਕਿ ਕਦੋਂ ਉਸ ਮੁੰਡੇ ਨੂੰ ਨੌਕਰੀ ਦੇਣਗੇ ਜਾਂ ਕਦੋਂ ਉਹਨਾਂ ਨੇ ਮੰਗਿਆ ਸੀਗਾ ਜਾਂ ਉਹਨਾਂ ਨੇ ਕਿਹੜੀ ਵਿਜੀਲੈਂਸ ਦੇ ਵਿੱਚ ਇਨਕੁਆਇਰੀ ਜਿਹੜੀ ਹੈਗੀ, ਆਰਟੀਆਈ ਦੀ ਇਨਫੋਰਮੇਸ਼ਨ ਕਹਿੰਦੀ ਹੈ ਕਿ ਕੋਈ ਵੀ ਸ਼ਿਕਾਇਤ ਨਹੀਂ ਹੈ। ਜੀ ਕੋਈ ਸ਼ਿਕਾਇਤ ਨਹੀਂ ਹੈ ਵਿਜੀਲੈਂਸ ਦੀ। ਫਿਰ ਤੁਸੀਂ ਉਹਨੂੰ ਕਹਿੰਦੇ ਸੀ ਨੌਕਰੀ ਜਾ ਕੇ ਦੇ ਦਿਓ ਨੌਕਰੀ, ਜਦੋਂ ਕਿ ਹਾਈ ਕੋਰਟ ਕਹੀ ਬੈਠੀ ਹੈ ਕਿ ਉਹਦਾ ਐਲੀਜੀਬਲ ਹੀ ਨਹੀਂ ਹੈ, ਉਹ ਸਟੂਡੈਂਟ ਐਲੀਜੀਬਲ ਨਹੀਂ ਹੈ। ਜਿਹੜਾ ਐਲੀਜੀਬਲ ਹੀ ਨਹੀਂ ਹੈ ਉਹਦੇ ਕੋਲ ਦੱਸ ਕੀ ਜਿਹੜੀ ਹੈਗੀ ਹੈ ਉਹ। ਸੋ ਇਸ ਰਿਸ਼ਵਤ ਮੰਗਣੀ ਹੈ, ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਮੈਂ ਚੰਨੀ ਨੂੰ ਕੋਈ ਜਿਹੜਾ ਡਿਫੈਂਡ ਨਹੀਂ ਕਰ ਰਿਹਾ, ਪਰ ਮੈਂ ਕਹਿ ਰਿਹਾ ਕਿ ਜੋ ਇਹਨਾਂ ਦੇ ਕਹੇ ਹੋਏ ਬੋਲ ਨੇ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕਹੀ ਹੈ ਕਿ ਫਿਰ ਆਪਾਂ ਇਹਦਾ ਮਤਲਬ ਹੈ ਕਿ ਇੱਕ ਨੌਨ ਸੀਰੀਅਸ ਬੰਦਾ ਜਿਹੜਾ ਹੈਗਾ ਉਸ ਨੂੰ ਆਪਾਂ ਚੀਫ ਮਿਨਿਸਟਰ ਬਣਾਈ ਬੈਠੇ ਹਾਂ। ਜੀ ਡਾਕਟਰ ਸਾਹਿਬ, ਅੱਗੇ ਗੱਲ ਕਰੀਏ ਤਾਂ ਭਾਜਪਾ ਕਹਿੰਦੇ ਕਿ ਪੰਜਾਬ ਵਿੱਚ ਐਮਪੀ ਨੂੰ ਖੇਤੀਬਾੜੀ ਮੰਤਰੀ ਦਾ ਅਹੁਦਾ ਦੇ ਸਕਦੀ ਹੈ ਤੇ ਹੁਣ ਪੰਜਾਬ ਵੱਲ ਗਹਿਰੀਆਂ ਨਜ਼ਰਾਂ ਰੱਖੀ ਬੈਠੀ ਹੈ ਬੀਜੇਪੀ। ਕਿਵੇਂ ਦੇਖਦੇ ਹੋ? ਤੇ ਨਾਮ ਵੀ ਸਾਹਮਣੇ ਆ ਰਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਜਲਦ ਇਹ ਅਹੁਦਾ ਦੇ ਦਿੱਤਾ ਜਾ ਸਕਦਾ ਹੈ ਤੇ ਜਲਦ ਹੀ ਸਮਝੌਤਾ ਹੋ ਸਕਦਾ ਹੈ ਦੋਵਾਂ ਪਾਰਟੀਆਂ 'ਚ। ਕਿਵੇਂ ਦੇਖਦੇ ਹੋ ਕਿ ਇਸ ਨਾਲ ਹੁਣ ਭਾਜਪਾ ਜਿਹੜੀ ਕੋਈ ਵੱਡਾ ਦਾ ਖੇਡ ਸਕਦੀ ਹੈ ਪੰਜਾਬ 'ਚ? ਕੀ ਖੇਤੀਬਾੜੀ ਕਾਨੂੰਨਾਂ ਨੂੰ ਪੰਜਾਬ ਦੇ ਕਿਸਾਨ ਜਾਂ ਲੋਕ ਭੁੱਲ ਸਕਣਗੇ? ਜੀ ਦੇਖੋ ਸਤਰਾਮ ਜੀ, ਇੱਕ ਗੱਲ ਤਾਂ ਇਹ ਹੈਗੀ ਹੈ ਕਿ ਇਹ ਦੋਨਾਂ ਪਾਰਟੀਆਂ ਨੂੰ ਤਾਂ ਸੋਚਣਾ ਹੀ ਪੈਣਾ ਵਿੱਚ। ਅੱਜ ਨਹੀਂ ਸੋਚਣਗੇ, ਕੱਲ ਸੋਚਣਗੇ, ਜਦੋਂ ਕਿ ਇਹ ਕਨਸੂਈਆਂ ਪਹਿਲਾਂ ਵੀ ਚੱਲ ਰਹੀਆਂ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਜਿਹੜੇ ਹੈਗੇ ਨੇ ਇੱਕੋ ਹੋਣ ਜਾ ਰਹੇ ਨੇ। ਜੀ ਮੈਨੂੰ ਲੱਗਦਾ ਹੈ ਕਿ ਇਹ ਦੋਨੇ ਵੈਸੇ ਬੈਨੀਫਿਟ 'ਚ ਰਹਿਣਗੇ। ਕਿੰਨਾ ਬੈਨੀਫਿਟ ਹੁੰਦਾ ਉਹ ਇੱਕ ਵੱਖਰਾ ਇਸ਼ੂ ਹੈ, ਕਿਉਂਕਿ ਆਪਾਂ ਨੂੰ ਸਤਨਾਮ ਜੀ ਅੱਜ ਇਹ ਗੱਲ ਸੋਚਣੀ ਪਏਗੀ ਕਿ ਜਦੋਂ ਦੇ ਇਹ 3 ਬਿੱਲ ਜਿਹੜੇ ਹੈਗੇ ਆ ਉਹ ਆਏ ਆ, ਉਹ ਕਿੰਨੇ ਚੰਗੇ ਉਹ ਕਿੰਨੇ ਮਾੜੇ, ਇੱਕ ਵੱਖਰਾ ਵਿਸ਼ਾ ਹੈਗਾ ਡਿਬੇਟ ਦਾ। ਲੇਕਿਨ ਭਾਰਤੀ ਜਨਤਾ ਪਾਰਟੀ ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ, ਸਾਰੇ ਇੰਡੀਆ ਦੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਨਹੀਂ ਪਾਈ ਕਿ ਉਹ ਕਹਿਣਾ ਕੀ ਚਾਹੁੰਦੇ ਆ ਵਿੱਚ ਜਿਹੜੀ ਹੈਗੀ ਹੈ। ਪਹਿਲਾ ਪਾਰਟ ਤਾਂ ਇਹ ਸੀ। ਦੂਸਰਾ ਉਹਦਾ ਇਹ ਹੋਇਆ ਕਿ ਜੋ ਵੀ ਸਮਝ ਕਿਸਾਨਾਂ ਨੂੰ ਲੱਗੀ ਉਹਦੇ ਤੇ ਉਹਨਾਂ ਨੇ ਰਿਐਕਟ ਕੀਤਾ ਔਰ ਉਹਨਾਂ ਨੇ ਕਿਸਾਨਾਂ ਦੇ ਕਹਿਣ ਮੁਤਾਬਕ ਕਿ ਉਹ ਆਪਣੇ ਜਿਹੜੀ ਜੋ ਉਹਨਾਂ ਦੀ ਸਮਝ ਸੀ ਉਹ ਜਿੱਤ ਕੇ ਆਏ ਹੋਏ ਆ ਜੀ। ਉਸ ਦੇ ਵਿੱਚ ਇਹ ਜਿਹੜੀ ਪਾਰਟੀ ਹੈਗੀ ਅਕਾਲੀ ਦਲ, ਇਹ ਬਹੁਤ ਬੈਕਫੁੱਟ ਤੇ ਗਈ ਕਿਉਂਕਿ ਇਹ ਕਿਸਾਨੀ ਦੀ ਪਾਰਟੀ ਮੰਨੀ ਜਾਂਦੀ ਹੈ। ਇਹ ਗੱਲ ਵੀ ਆਪਾਂ ਨੂੰ ਮੰਨਣੀ ਪਏਗੀ। ਅੱਜ ਜੋ ਹਾਲਾਤ ਬਣੇ ਹੋਏ ਹੈ ਉਸ ਦੇ ਵਿੱਚ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਮੌਤ ਹੋਣ ਤੋਂ ਬਾਅਦ ਅਕਾਲੀ ਦਲ ਦੀ ਜਿਹੜੀ ਸੌਰਟ ਆਫ ਆਪਾਂ ਕਹੀਏ ਕਿ ਜੋ ਉਹਨਾਂ ਦੀ ਲੀਡਰਸ਼ਿਪ ਹੈ ਉਹਦਾ ਵੀ ਇੱਕ ਵੈਕਿਊਮ ਕ੍ਰੀਏਟ ਹੋ ਗਿਆ। ਦੂਸਰਾ ਇਹ ਹੈਗਾ ਕਿ ਜਿਹੜੀਆਂ ਗੱਲਾਂ ਕਰਕੇ ਅਕਾਲੀ ਦਲ ਪਿੱਛੇ ਨੂੰ ਗਿਆ ਸੀਗਾ,
ਕਿਉਂਕਿ ਤੁਸੀਂ ਦੇਖੋ ਕਿ ਅਕਾਲੀ ਦਲ ਪਿੱਛੇ ਨੂੰ ਗਿਆ ਹੋਇਆ ਹੈ ਕੁਝ ਧਾਰਮਿਕ ਗੱਲਾਂ ਕਰਕੇ, ਭਾਵੇਂ ਮੈਂ ਕਈ ਵਾਰੀ ਕਹਿੰਦਾ ਉਹਨਾਂ ਕਿ ਐਡਮਿਨਿਸਟ੍ਰੇਟਿਵ ਗੱਲਾਂ ਕਈ ਉਹਨਾਂ ਦੀਆਂ ਠੀਕ ਵੀ ਸੀਗੀਆਂ, ਲੇਕਿਨ ਧਾਰਮਿਕ ਗੱਲਾਂ ਦੇ ਵਿੱਚ ਉਹ ਬਹੁਤ ਪਿੱਛੇ ਨੂੰ ਗਿਆ ਸੀਗਾ। ਉਹ ਅਜੇ ਤੱਕ ਵੀ ਐਗਜ਼ਿਸਟ ਕਰਦੀਆਂ ਨੇ ਉਸੇ ਤਰ੍ਹਾਂ ਦੀਆਂ, ਉਸੇ ਤਰ੍ਹਾਂ ਹੀ ਫਿਰ ਉੱਪਰੋਂ ਜਿਹੜਾ ਹੈਗਾ ਇਹ ਕਿਸਾਨੀ ਬਿੱਲ ਆ ਜਾਣੇ, ਜਿਹਦੇ ਵਿੱਚ ਪਹਿਲਾਂ ਇਹਨਾਂ ਦਾ ਸਪੋਰਟ ਕਰਨਾ, ਫਿਰ ਇਹਨਾਂ ਦੇ ਆਪਣੇ ਜਿਹੜੇ ਹੈਗੇ ਆ ਹਰਸਿਮਰਤ ਹੋਣਾ ਦਾ ਮੰਤਰੀ ਪਦ ਛੱਡਣਾ, ਉਹ ਇਹਨਾਂ ਦੇ ਹੱਕ 'ਚ ਨਹੀਂ ਗਿਆ। ਪਰ ਇਹ ਪਿਛਲੀਆਂ ਤੁਸੀਂ ਦੇਖੋ ਨਾ 2-3 ਜਿਹੜੀਆਂ ਇਲੈਕਸ਼ਨਸ ਹੁਣ ਲੇਟੈਸਟ ਤਾਂ ਦੋ ਤੁਹਾਡੀਆਂ ਜਿਹੜੀਆਂ ਹੈਗੀਆਂ ਨੇ ਇਹ ਬਾਈ ਇਲੈਕਸ਼ਨਸ ਹੀ ਹੋਈਆਂ ਨੇ ਵਿੱਚ, ਜਲੰਧਰ ਵਾਲੀ ਹੋਈ ਹੈ, ਸੰਗਰੂਰ ਵਾਲੀ ਹੋਈ ਹੈ। ਇਸ ਦੇ ਵਿੱਚ ਅਗਰ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਤਾਂ ਕੁਝ ਵੋਟ ਪਰਸੈਂਟੇਜ ਜਿਹੜੀ ਹੈਗੀ ਹੈ ਸਤਨਾਮ ਜੀ ਉਹ ਅਜੇ ਵੀ ਇੰਟੈਕਟ ਹੈਗੀ ਆ, ਉਹ ਰਹਿੰਦੀ ਹੈ, ਕਿਉਂਕਿ ਏਜ ਓਲਡ ਪਾਰਟੀਆਂ ਹੈਗੀਆਂ ਨੇ, ਉਹਨਾਂ ਦੇ ਆਪਣਾ ਇੱਕ ਕੈਡਰ ਵੀ ਬਣਿਆ ਹੋਇਆ ਹੈ। ਜਿਵੇਂ ਆਪਾਂ ਮੰਨ ਕੇ ਚੱਲਦੇ ਹਾਂ ਕਿ ਇਹ ਆਮ ਆਦਮੀ ਪਾਰਟੀ ਅਜੇ ਤੱਕ ਇਸ ਦੇ ਕੋਲ ਕੈਡਰ ਨਹੀਂ ਹੈ, ਭਾਵੇਂ ਇਲੈਕਸ਼ਨ ਜਿਹੜੀ ਹੈਗੀ ਇੱਕ ਜਿੱਤੀ ਇੱਕ ਹਾਰੀ ਹੋਣੀ ਬਾਈ ਇਲੈਕਸ਼ਨਸ ਜਿਹੜੀਆਂ ਹੈਗੀਆਂ ਨੇ, ਲੇਕਿਨ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਮੈਂ ਸਮਝਦਾ ਕਿ ਜੇ ਇਹ ਦੋਵੇਂ ਇਕੱਠੇ ਹੋ ਜਾਂਦੇ ਜਿਹੜੀਆਂ ਕਿ ਕਨਸੋਆਂ ਹੁਣ ਚੱਲ ਰਹੀਆਂ ਨੇ, ਉਸ ਦੇ ਵਿੱਚ ਚਾਂਸਿਸ ਇਹ ਰਹਿਣਗੇ ਕਿ ਇਹ ਥੋੜਾ ਗੇਨ ਕਰਨਗੇ। ਗੇਨ ਕਿੰਨਾ ਕਰਨਗੇ ਇਹ ਅਜੇ ਤੱਕ ਕਹਿਣਾ ਬੜਾ ਮੁਸ਼ਕਲ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਭਾਵੇਂ ਸੈਂਟਰ ਲੈਵਲ ਦੇ ਉੱਤੇ ਠੀਕ ਜਿਹਾ ਇਮੇਜ ਬਣਿਆ ਹੋਇਆ ਹੈ, ਲੇਕਿਨ ਪੰਜਾਬ ਵਿੱਚ ਇਮੇਜ ਅਜੇ ਵੀ ਕੋਈ ਬਹੁਤਾ ਵਧੀਆ ਇਮੇਜ ਜਿਹੜਾ ਹੈਗਾ ਉਹਨਾਂ ਦਾ ਨਹੀਂ। ਪਰ ਇਹ ਹੈਗਾ ਕਿ ਬਾਈ ਡਿਫਾਲਟ ਇਹ ਨਾ ਹੋਵੇ ਵੀ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਹੁਣ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਹੀ ਹੈ, ਜਾਂ ਜੋ ਉਹਨਾਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਜਾਂ ਜਿਸ ਤਰ੍ਹਾਂ ਦਾ ਇਹ ਖੇਲ ਖੇਡ ਰਹੇ ਹੈ, ਉਹ ਬਾਈ ਡਿਫਾਲਟ ਹੀ ਅਗਰ ਇਕੱਠੇ ਹੋ ਜਾਂਦੇ ਆ। ਮੈਂ ਤਾਂ ਇਹ ਵੀ ਸੁਣਿਆ ਸੀਗਾ ਸ਼ਾਇਦ ਬੀਐਸਪੀ ਵੀ ਵਿੱਚ ਹੀ ਆ ਰਹੀ ਹੈ ਪੰਜਾਬ ਵਿੱਚ ਜਿਹੜੀ ਹੈਗੀ ਹੈ, ਕਿਤੇ ਇਕੱਠੇ ਨਾਲ ਇਲੈਕਸ਼ਨ ਲੜਨ ਲੱਗ ਜਾਣ ਵਿੱਚ, ਚਲੋ ਜੋ ਵੀ ਹੈਗਾ। ਪਰ ਅਗਰ ਇਹ ਇਕੱਠੇ ਹੁੰਦੇ ਆ ਤਾਂ ਕਈ ਵਾਰੀ ਬਾਈ ਚਾਂਸ ਬਾਈ ਡਿਫਾਲਟ ਆਪਾਂ ਕਹਾਂਗੇ ਇਸ ਨੂੰ ਕਿ ਇਹਨਾਂ ਦਾ ਇਕੱਠੇ ਹੋਣਾ, ਭਾਵੇਂ ਇਹਨਾਂ ਦੀਆਂ ਕੋਈ ਐਕਟੀਵਿਟੀਜ਼ ਨੂੰ ਲੋਕ ਅਜੇ ਤੱਕ ਨਹੀਂ ਸਰਾਹੇ, ਪਰ ਜਿਵੇਂ ਆਮ ਆਦਮੀ ਪਾਰਟੀ ਦੇ ਨਾਲ ਹੋਇਆ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਵੀ ਲੋਕ ਹੁਣ ਤਾਂ ਇਹ ਗੱਲ ਕਹਿੰਦੇ ਯਾਰ ਅਸੀਂ ਤਾਂ ਵੋਟਾਂ ਉਹਨਾਂ ਦੇ ਅਗੇਂਸਟ ਪਾਈਆਂ ਸੀ, ਇਹਨਾਂ ਦੀ ਫੇਵਰ 'ਚ ਤਾਂ ਪਾਈਆਂ ਨਹੀਂ ਸੀ, ਕਿਤੇ ਏਦਾਂ ਹੀ ਨਾ ਹੋ ਜਾਵੇ ਵਿੱਚ ਕਿ ਉਹ ਪਾਸਾ ਦੂਜੇ ਪਾਸੇ ਨੂੰ ਪਲਟ ਜਾਵੇ ਵਿੱਚ। ਜੀ ਡਾਕਟਰ ਸਾਹਿਬ ਇੱਕ ਸਵਾਲ ਹੈ ਇੱਥੇ, ਜਿੱਥੇ ਅਸੀਂ ਅਕਸਰ ਪਹਿਲਾਂ ਸੁਣਦੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਰਲੇ ਹੋਏ ਨੇ, ਮਿਲੇ ਹੋਏ ਨੇ, ਉਹ ਹੌਲੀ ਹੌਲੀ ਸਾਫ਼ ਹੁੰਦਾ ਇੱਥੋਂ ਤੱਕ ਕਿ ਬੀਜੇਪੀ ਦੇ ਵੀ ਦੋਸ਼ ਲੱਗੇ ਕਿ ਬੀਜੇਪੀ ਨਾਲ ਕੈਪਟਨ ਮਿਲੇ ਹੋਏ ਨੇ। ਉਹ ਸਭ ਕੁਝ 22 ਦੇ ਇਲੈਕਸ਼ਨ 'ਚ ਸਾਫ਼ ਹੋਇਆ, ਤੇ ਇਸੇ ਦੇ ਚੱਲਦਿਆਂ ਇਹ ਗੱਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਤੱਕ ਖੋਈ ਮੁੱਖ ਮੰਤਰੀ ਦੀ, ਕਿ ਉਹ ਤਾਂ ਸੁਖਬੀਰ ਬਾਦਲ ਤੇ ਜੀ ਕਾਰਵਾਈ ਨਹੀਂ ਕਰ ਰਹੇ ਬੇਅਦਬੀ ਮਾਮਲੇ ਨੂੰ ਲੈ ਕੇ ਜਾਂ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ, ਕਿ ਉਹਨਾਂ ਨੂੰ ਹਟਾਇਆ ਜਾਣਾ ਚਾਹੀਦਾ। ਉਧਰ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲੱਗਦੇ ਸੀਗੇ ਕਿ ਉਹ ਤਾਂ ਕੈਪਟਨ ਨਾਲ ਮਿਲੇ ਹੋਏ ਨੇ, ਕਿ ਜਿਹੜਾ ਕੋਈ ਵੀ ਕੰਮਕਾਰ ਆ ਉਹਨਾਂ ਦਾ ਅੱਗੇ ਲੈ ਕੇ ਨਹੀਂ ਆਉਂਦੇ, ਕਿ ਜੋ ਘਪਲੇ ਕੀਤੇ ਹੋਏ ਨੇ। ਸੋ ਜਦੋਂ ਚਰਚਾਵਾਂ ਇਹ ਨੇ ਤਾਂ ਜਦੋਂ ਇਕਜੁੱਟ ਹੋ ਜਾਣਗੇ ਭਾਜਪਾ ਤੇ ਅਕਾਲੀ ਦਲ ਇੱਕੋ ਸਟੇਜ ਤੇ ਦਿਖਣਗੇ, ਕੀ ਲੋਕ ਕਿਹੜੀ ਨਜ਼ਰ ਨਾਲ ਉਹਨਾਂ ਨੂੰ ਦੇਖਣਗੇ, ਕਿ ਉਹ ਐਕਸੈਪਟ ਕਰਨਗੇ ਕਿ ਜਿਨ੍ਹਾਂ ਤੇ ਅਸੀਂ ਦੋਸ਼ ਲਾਉਂਦੇ ਸੀਗੇ ਕਿ ਉਹ ਮਿਲੇ ਹੋਏ ਨੇ, ਜੇ ਅੱਜ ਉਹ ਸਟੇਜ ਤੇ ਇਕੱਠੇ ਹੋ ਗਏ ਕੀ ਉਹ ਸਾਰੇ ਦੋਸ਼ ਧੋਏ ਜਾਣਗੇ? ਜੀ ਡਾਕਟਰ ਸਾਹਿਬ ਦੇਖੋ ਸਤਰਾਮ ਜੀ, ਇਹ ਤਾਂ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਕਿ ਇੱਕ ਪਾਰਟੀ ਚ ਦੂਜੀ ਪਾਰਟੀ ਚ ਬਦਲੀ ਕਰ ਲਓ ਤੇ ਉਹ ਕਹਿੰਦੇ ਜੀ ਉਹਦੇ ਇਲਜ਼ਾਮ ਉੱਤੇ ਗਏ ਜੀ, ਉਹ ਵਾਸ਼ਿੰਗ ਮਸ਼ੀਨ ਬਣ ਗਈ, ਫਿਰ ਉਹਨਾਂ ਦੀ ਉੱਧਰ ਪਾਓ ਤਾਂ ਫਿਰ ਉਹ ਨਰਮਿੰਗ ਵਾਸ਼ਿੰਗ ਪਾਊਡਰ ਬਣ ਗਿਆ। ਤੇ ਇਹ ਤਾਂ ਇਲਜ਼ਾਮ ਜੇ ਹੈਗੇ ਆ, ਲੇਕਿਨ ਜੋ ਸੱਚ ਜਾਂ ਫੈਕਟਸ ਜਿਹੜੇ ਹੈਗੇ ਆ ਉਹ ਇਹ ਸਟੈਂਡ ਕਰ ਰਹੇ ਆ ਕਿ ਜਿੰਨੀਆਂ ਇਹ ਪੋਲੀਟੀਕਲ ਪਾਰਟੀਆਂ ਨੇ ਬੇਸਿਕਲੀ ਇਹ ਸਾਰੀਆਂ ਹੀ ਕਰਪਟ ਨੇ ਔਰ ਇਹ ਆਪਣੀ ਪੋਜੀਸ਼ਨ ਨੂੰ ਮਿਸਯੂਜ਼ ਕਰਦੀਆਂ ਨੇ, ਔਰ ਉਸ ਦੇ ਇਸ ਕਰਕੇ ਇਹ ਇੱਕ ਦੂਸਰੇ ਦੇ ਉੱਤੇ ਕੋਈ ਬਹੁਤਾ ਜਿਹੜਾ ਹੈਗਾ ਉਹ ਐਕਸ਼ਨ ਨਹੀਂ ਕਰ ਪਾਉਂਦੇ। ਇਹ ਗੱਲ ਤੁਹਾਡੀ ਠੀਕ ਹੈਗੀ ਹੈ ਕਿ ਇਹ ਜਿੱਤਣ ਜਾਂ ਹਾਰਨ ਤੋਂ ਬਾਅਦ ਇੱਕ ਦੂਜੇ ਨਾਲ ਰਲ ਜਾਂਦੇ ਆ। ਇਹ ਜਿਵੇਂ ਆਪਾਂ ਕਹਿੰਦੇ ਆ ਵੀ ਚੋਰ ਮਸੇਰ ਭਾਈ ਜਿਹੜੇ ਹੈਗੇ ਆ ਉਹ ਬਣ ਜਾਂਦੇ ਆ, ਔਰ ਇਸ ਕਰਕੇ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦੇ ਉੱਤੇ ਜਿਹੜਾ ਹੈਗਾ ਉਹ ਐਕਸ਼ਨ ਨਹੀਂ ਕੀਤਾ ਤੇ ਬਾਦਲਾਂ ਨੇ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਨਹੀਂ ਸੀ ਕੀਤਾ, ਇਹ ਗੱਲਾਂ ਤਾਂ ਸਤਨਾਮ ਜੀ ਚਲਦੀਆਂ ਰਹਿਣੀਆਂ ਨੇ ਔਰ ਇਹ ਚਲਦੀਆਂ ਹੀ ਆਈਆਂ ਨੇ। ਇਹ ਉਦੋਂ ਦੀਆਂ ਨੇ ਜਦੋਂ ਦੀ ਕਿਤੇ ਆਪਾਂ ਕਹਿੰਦੇ ਦੁਨੀਆ ਬਣੀ ਹੋਈ ਹੈ, ਇੱਕ ਦੂਜੇ ਨੂੰ ਪ੍ਰੋਟੈਕਟ ਜਿਹੜੀਆਂ ਪਾਵਰਸ ਹੈਗੀਆਂ ਨੇ ਉਹ ਕਰਦੀਆਂ ਹੁੰਦੀਆਂ ਨੇ, ਕਿਉਂਕਿ ਅਗਰ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਐਕਸ਼ਨ ਕਰਨਗੀਆਂ ਤਾਂ ਇਹ ਸਿਸਟਮ ਸਾਰਾ ਡੀਸਟੇਬਲਾਈਜ਼ ਹੋ ਜਾਂਦਾ। ਜਿਵੇਂ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਕਿ ਭਗਵੰਤ ਮਾਨ ਸਰਕਾਰ ਜਿਹੜੀ ਹੈਗੀ ਹੈ ਜਿਹਦੇ ਤੇ ਕੁਝ ਲੋਕ ਸ਼ਾਬਾਸ਼ ਵੀ ਦੇ ਰਹੇ ਨੇ, ਚਲੋ ਮੈਨੂੰ ਵੀ ਕਹਿਣ 'ਚ ਕੋਈ ਹਰਜ ਨਹੀਂ ਕਿ ਜੇ ਕਰਪਸ਼ਨ ਦੇ ਉੱਤੇ ਇਹਨਾਂ ਨੇ ਕੁਝ ਠੱਲ ਤਾਂ ਨਹੀਂ ਪਈ ਪਰ ਕੁਝ ਬੰਦੇ ਜਿਹੜੇ ਹੈਗੇ ਫੜੇ, ਲੇਕਿਨ ਉਹਦੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਇਹ ਕਰ ਰਹੇ ਨੇ ਲੋਕ ਕਿ ਇਹ ਬਹੁਤ ਛੋਟੇ ਬੰਦੇ ਜਿਹੜੇ ਨੇ ਉਹਨਾਂ ਨੂੰ ਫੜ ਰਹੇ ਨੇ
ਔਰ ਤੁਸੀਂ ਦੇਖੋ ਆਈਐਸ ਅਫਸਰਾਂ ਦੇ ਉੱਤੇ ਐਕਟ ਨਹੀਂ ਕਰ ਰਹੇ, ਕਿਉਂਕਿ ਆਈਐਸ ਅਫਸਰ ਜਿਹੜੇ ਹੈਗੇ ਆ ਉਹਨਾਂ ਨੂੰ ਸਾਰੀਆਂ ਇਹਨਾਂ ਦੀਆਂ ਇੱਕੜ ਦੁੱਕੜ ਸਭ ਕੁਝ ਪਤਾ ਹੈ ਇਹਨਾਂ ਦਾ, ਜਿਸ ਕਰਕੇ ਇਹ ਫਿਰ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਕਰ ਪਾ ਰਹੇ ਵਿੱਚ ਜਿਹੜੀ ਹੈਗੀ ਹੈ। ਇਸ ਕਰਕੇ ਇਹ ਜਿਹੜਾ ਆਪਾਂ ਜਿਹੜੀਆਂ ਦੋਨੇ ਪਾਰਟੀਆਂ ਬਹੁਤ ਸਮੇਂ ਵਾਸਤੇ ਪਾਵਰ 'ਚ ਰਹੀਆਂ ਨੇ, ਇਹਨਾਂ ਨੂੰ ਇੱਕ ਦੂਜੇ ਦੇ ਲੂਪ ਹੋਲਸ ਜਿਹੜੇ ਹੈਗੇ ਨੇ ਉਹ ਕਾਫੀ ਜ਼ਿਆਦਾ ਪਤਾ ਨੇ। ਉਹ ਪਤਾ ਹੋਣ ਕਰਕੇ ਫਿਰ ਇਹ ਇੱਕ ਦੂਜੇ ਜ਼ਿਆਦਾ ਐਕਟ ਨਹੀਂ ਕਰ ਪਾਉਂਦੇ। ਸੋ ਮੈਂ ਇਹ ਨਹੀਂ ਕਹਾਂਗਾ ਕਿ ਇਹਨਾਂ ਨੂੰ ਪ੍ਰੋਟੈਕਸ਼ਨ ਕਰਨੀ ਚਾਹੀਦੀ ਹੈ ਇੱਕ ਦੂਸਰੇ ਦੀ, ਪਰ ਕਿਉਂਕਿ ਪ੍ਰੈਕਟੀਕਲੀ ਪਾਰਟ ਇਹ ਹੈਗਾ ਕਿ ਇਹਨਾਂ ਨੂੰ ਪ੍ਰੋਟੈਕਸ਼ਨ ਕਰਨੀ ਜਿਹੜੀ ਹੈਗੀ ਆ ਉਹ ਬਣਨੀ ਹੈ। ਮੈਂ ਆਪ ਸਤਨਾਮ ਜੀ 33 ਸਾਲ ਨੌਕਰੀ ਕੀਤੀ ਹੈ ਤੇ ਮੈਂ ਐਜ਼ ਏ ਸਿਵਲ ਸਰਜਨ ਰਿਟਾਇਰ ਹੋਇਆ, ਪਰ ਮੈਂ ਤੁਹਾਨੂੰ ਆਫਿਸ ਦੀ ਗੱਲ ਦੱਸਾਂਗਾ ਕਿ ਜੇ ਅਸੀਂ ਆਫਿਸ ਦੇ ਵਿੱਚ ਬੈਠੇ ਹੋਏ ਪਿਛਲੀਆਂ ਫਾਈਲਾਂ ਸਾਰੀਆਂ ਖੋਲਾਂਗੇ ਤਾਂ ਫਿਰ ਅਸੀਂ ਜ਼ਿਆਦਾ ਅੱਗੇ ਐਡਮਿਨਿਸਟ੍ਰੇਸ਼ਨ ਨਹੀਂ ਕਰ ਪਾਵਾਂਗੇ ਵਿੱਚ, ਕਿਉਂਕਿ ਉਹਦੇ 'ਚ ਕਈ ਸਾਰੇ ਕੰਪਲਿਕੇਸ਼ਨਸ ਵੀ ਹੁੰਦੀਆਂ ਨੇ, ਕਈ ਸਾਰੀਆਂ ਤੁਹਾਡੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਉਸ ਫਾਈਲ ਦੇ ਉੱਤੇ ਜੋ ਤੁਸੀਂ ਆਰਡਰ ਕੀਤੇ ਹੁੰਦੇ ਆ। ਉਹਨੂੰ ਹਰ ਗੱਲ ਜਿਹੜੀ ਹੈਗੀ ਉਹਨੂੰ ਨੈਗੇਟਿਵ ਖਾਤੇ ਦੇ ਵਿੱਚ ਆਪਾਂ ਨਹੀਂ ਪਾ ਸਕਦੇ, ਲੇਕਿਨ ਆਪਾਂ ਨੂੰ ਜਿਹੜੀ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਜਿਸ ਪੋਜੀਸ਼ਨ ਦੇ ਵਿੱਚ ਤੁਸੀਂ ਆਏ ਹੋ ਤੁਸੀਂ ਲੋਕ ਹਿੱਤ 'ਚ ਕੀ ਕਰ ਰਹੇ ਹੋ। ਜਿਵੇਂ ਮੈਂ ਇੱਕ ਵਰਡ ਯੂਜ਼ ਕਰਦਾ ਹਾਂ ਕਿ ਗੱਡੇ ਮੁਰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਪੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਉਹਦੇ ਨਾਲ ਉਹ ਬੰਦਾ ਦੁਬਾਰਾ ਪੂਰਾ ਨਹੀਂ ਬਣ ਸਕਦਾ ਹੁੰਦਾ, ਕਿਉਂਕਿ ਉਹਦਾ ਕੋਈ ਨਾ ਕੋਈ ਲੱਤ ਬਾਂਹ ਖਰਾਬ ਹੋਈ ਹੁੰਦੀ ਹੈ। ਇਸੇ ਤਰ੍ਹਾਂ ਹੀ ਇਹ ਹਰ ਫਾਈਲ ਜਿਹੜੀ ਹੈਗੀ ਹੈ ਜੇ ਤੁਸੀਂ ਇਸੇ ਤਰ੍ਹਾਂ ਹੀ ਖੋਲ੍ਹਣ ਬੈਠ ਗਏ ਤਾਂ ਤੁਸੀਂ ਪ੍ਰੋਗਰੈਸ ਨਹੀਂ ਕਰ ਪਾਓਗੇ, ਤੁਸੀਂ ਅੱਗੇ ਜਿਹੜਾ ਕੰਮ ਕਰਨਾ ਉਹ ਨਹੀਂ ਕਰ ਪਾਓਗੇ। ਤੁਸੀਂ ਉਹਨਾਂ ਦੇ ਨਾਲ ਲੜਾਈ ਵਾਲੇ ਸਿਸਟਮ ਦੇ ਵਿੱਚ, ਜਿਵੇਂ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਵਕਤ ਮੇਰੀ ਸੋਚ ਇਹ ਬਣੀ ਹੋਈ ਹੈ ਕਿ ਇਹ ਲੜਾਈ ਦੇ ਮੂਡ ਵਿੱਚ ਹੈਗੀ ਹੈ, ਇਹ ਕਿਸੇ ਪ੍ਰੋਗਰੈਸ ਦੇ ਮੂਡ ਦੇ ਵਿੱਚ ਨਹੀਂ ਹੈਗੀ, ਕਿ ਜਿਹੜੀ ਕਿ ਪੰਜਾਬ ਦੇ ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ। ਮੈਂ ਇਹ ਨਹੀਂ ਕਹਿ ਰਿਹਾ ਕਿ ਕਰਪਟ ਬੰਦਿਆਂ ਨੂੰ ਤੁਸੀਂ ਪ੍ਰੋਟੈਕਟ ਕਰੋ, ਪਰ ਐਟ ਦਾ ਸੇਮ ਟਾਈਮ ਤੁਸੀਂ ਪ੍ਰੋਗਰੈਸ ਵਾਲੀ ਗੱਲ ਜ਼ਿਆਦਾ ਕਰੋ। ਜਿੱਥੇ ਬਹੁਤ ਜ਼ਿਆਦਾ ਵੱਡੀ ਵੇਰੀਏਸ਼ਨ ਹੋਈ ਹੈ ਉੱਥੇ ਤਾਂ ਦੇਖੋ ਐਕਟ ਕਰਨਾ ਬਣਦਾ ਹੀ ਹੈ, ਲੇਕਿਨ ਪਾਲਿਸੀ ਮੈਟਰ ਦੇ ਵਿੱਚ ਅਗਰ ਬਹੁਤ ਵੱਡੀ ਕੋਈ ਡਿਫੈਕਟ ਹੋਇਆ ਤੇ ਉਹਦੇ 'ਚ ਫਰਜ਼ ਬਣਦਾ ਹੈ ਕਿ ਉਹ ਜਿਹੜਾ ਡਿਫੈਕਟ ਹੈ ਉਸ ਦੀ ਕਰੈਕਸ਼ਨ ਕੀਤੀ ਜਾਵੇ, ਪਰ ਕਰੈਕਸ਼ਨ ਤਾਂ ਹੋ ਪਾਏਗੀ ਜੇ ਤੁਸੀਂ ਆਪ ਕਰੈਕਟ ਕਰੋਗੇ, ਤੇ ਜੇ ਤੁਸੀਂ ਆਪ ਹੀ ਉਹਦੇ 'ਚ ਫਸ ਜਾਂਦੇ ਹੋ ਤੇ ਫਿਰ ਤੁਸੀਂ ਦੂਸਰੇ ਨੂੰ ਕੀ ਕਰੈਕਟ ਕਰੋਗੇ, ਕਿਉਂਕਿ ਇਹ ਤਾਂ ਫਿਰ ਟਿੱਟ ਟੈਟ ਹੋ ਗਿਆ। ਉਹ ਅੱਜ 5 ਸਾਲ ਤੁਸੀਂ ਉਹਨਾਂ ਨੂੰ ਟੰਗੇ ਰੱਖੋ, ਫਿਰ ਆਣ ਕੇ 5 ਸਾਲ ਤੁਹਾਨੂੰ ਟੰਗ ਦੇਣਗੇ ਵਿੱਚ। ਜਿਹੜੀ ਮੈਂ ਤੁਹਾਨੂੰ ਹੁਣੇ ਇੱਕ ਕਹਿ ਕੇ ਹਟਿਆ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਨੂੰ ਜੋ ਕਹਿੰਦੇ ਹੋ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਉਹਨਾਂ ਦਾ ਰੈਪਿਡ ਟਰਾਂਸਪੋਰਟ ਸਿਸਟਮ ਦੀ ਗੱਲ ਹੋ ਰਹੀ ਹੈ, ਉਹਦੇ 'ਚ ਤੁਸੀਂ ਕਹਿੰਦੇ ਹੋ ਇਨਫਰਾਸਟ੍ਰਕਚਰ ਵਾਸਤੇ ਸਾਡੇ ਕੋਲ ਪੈਸੇ ਨਹੀਂ ਹੈਗੇ। 850 ਕਰੋੜ ਰੁਪਏ ਜਿਹੜਾ ਹੈਗਾ ਤੁਸੀਂ ਬਸ ਜਿਹੜਾ ਹੈਗਾ ਉਹ ਐਡ ਵਾਸਤੇ ਰੱਖਿਆ ਹੋਇਆ, ਦੱਸੋ ਤੁਸੀਂ ਕਿਵੇਂ ਜਸਟੀਫਾਈ ਕਰੋਗੇ। ਸੋ ਇੱਥੇ ਸਤਨਾਮ ਜੀ ਮੈਂ ਤੁਹਾਡੇ ਮੀਡੀਆ ਦੇ ਥਰੂ ਇਹ ਗੱਲ ਕਹਿਣਾ ਚਾਹੁੰਦਾ ਕਿ ਐਡਮਿਨਿਸਟ੍ਰੇਸ਼ਨ ਦਾ ਇੱਕ ਤਰੀਕਾ ਹੁੰਦਾ। ਐਡਮਿਨਿਸਟ੍ਰੇਸ਼ਨ ਇਹ ਨਹੀਂ ਹੈਗੀ ਕਿ ਤੁਸੀਂ ਪਿਛਲੀਆਂ ਸਾਰੀਆਂ ਫਾਈਲਾਂ ਜਿਹੜੀਆਂ ਹੈਗੀਆਂ ਫੋਲ ਕੇ ਬੈਠੇ ਰਹੋ ਤੇ ਤੁਸੀਂ ਉਹਨਾਂ ਦੇ ਦੁਆਲੇ ਘੁੰਮੀ ਜਾਓ, ਜਿਵੇਂ ਫਲਾਣੇ ਬੰਦੇ ਨੂੰ ਟੰਗਣਾ ਹੈ, ਜਿਵੇਂ ਫਲਾਣੇ ਨੂੰ ਟੰਗਣਾ, ਜਿਵੇਂ ਆਪਾਂ ਕਹਿੰਦੇ ਨੇ ਵੀ ਜਿਹੜੇ ਗਵਰਨਮੈਂਟ ਮੁਲਾਜ਼ਮ ਹੈ ਉਹ ਆਬਜੈਕਸ਼ਨ ਲਗਾਉਂਦੇ ਨੇ ਤਾਂ ਕਿ ਉਹ ਦੂਸਰਾ ਬੰਦਾ ਮੇਰੇ ਕੋਲ ਆਵੇ, ਫਿਰ ਉਹ ਮੈਨੂੰ ਪੈਸੇ ਦੇਵੇ ਤੇ ਫਿਰ ਮੈਂ ਉਹ ਫਾਈਲ ਨੂੰ ਅੱਗੇ ਤੁਰਾਂ। ਨਹੀਂ, ਇਸ ਤਰ੍ਹਾਂ ਪ੍ਰੋਗਰੈਸ ਨਹੀਂ ਹੁੰਦੀ। ਇਸ ਤਰ੍ਹਾਂ ਡਿਪਾਰਟਮੈਂਟ ਜਿਹੜਾ ਹੈਗਾ ਉਹ ਬਲਕਿ ਡੰਪ ਹੋ ਜਾਂਦਾ ਹੈ, ਉਹ ਅੱਗੇ ਪ੍ਰੋਗਰੈਸ ਕਰ ਨਹੀਂ ਪਾਉਂਦਾ। ਸੋ ਭਗਵੰਤ ਮਾਨ ਜੀ ਨੂੰ ਚਾਹੀਦਾ ਕਿ ਜਿੱਥੇ ਉਹਨਾਂ ਨੇ ਇਹ ਵਾਲੇ ਇਸ਼ੂ ਸ਼ੁਰੂ ਕੀਤੇ ਆ ਕੋਈ ਗੱਲ ਨਹੀਂ ਕਰ ਲੈਣ, ਲੇਕਿਨ ਇਸ ਤੇ ਫੋਕਸ ਘੱਟ ਤੇ ਪ੍ਰੋਗਰੈਸ ਵਾਲੇ ਪਾਸੇ ਤੇ ਫੋਕਸ ਜ਼ਿਆਦਾ ਕਰਨ ਤਾਂ ਫਿਰ ਲੋਕ ਉਹਨਾਂ ਨੂੰ ਜ਼ਿਆਦਾ ਸਰਾਹਣਗੇ। ਕਿਉਂਕਿ ਮੈਨੂੰ ਅੱਜ ਸਜ਼ਾ ਮਿਲ ਗਈ ਹੈ ਤਾਂ ਇਹਦੇ ਨਾਲ ਢਿੱਡ ਨਹੀਂ ਭਰਨਾ ਕਿਸੇ ਹੋਰ ਦਾ। ਤੁਹਾਡਾ ਢਿੱਡ ਤਾਂ ਨਹੀਂ ਭਰਦਾ ਜੇ ਮੈਨੂੰ ਸਜ਼ਾ ਮਿਲ ਜਾਵੇ, ਤਾਂ ਤੁਹਾਡਾ ਢਿੱਡ ਤੇ ਤਾਂ ਹੀ ਭਰਦਾ ਜੇ ਤੁਹਾਨੂੰ ਕੁਝ ਜਿਹੜਾ ਹੈਗਾ ਖਾਣ ਵਾਸਤੇ ਮਿਲੇਗਾ। ਤਾਂ ਇਸ ਕਰਕੇ ਉਧਰਲੇ ਪਾਸੇ ਨੂੰ ਆਪਾਂ ਨੂੰ, ਮੈਂ ਤੇ ਮੀਡੀਆ ਨੂੰ ਵੀ ਕਹਾਂਗਾ ਕਿ ਆਪਾਂ ਨੂੰ ਇਸ ਕੰਸਟਰਕਟਿਵ ਪਾਸੇ ਵਾਲੇ ਪਾਸੇ ਲੋਕਾਂ ਦਾ ਜਿਹੜਾ ਕੰਸਰਨ ਹੈਗਾ ਉਹ ਸਰਕਾਰ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ ਕਿ ਤੁਸੀਂ ਪ੍ਰੋਗਰੈਸਿਵ ਕੰਮ ਕਰੋ। ਜੇ ਕੋਈ ਬਹੁਤ ਗੱਲ ਕੀਤੀ ਹੋਈ ਤਾਂ ਕੋਈ ਗੱਲ ਨਹੀਂ, ਉਹਨੂੰ ਉਹਦੇ ਤੇ ਵੀ ਐਕਸ਼ਨ ਕਰੋ, ਲੇਕਿਨ ਤੁਹਾਡਾ ਫੋਕਸ ਜਿਹੜਾ ਪ੍ਰੋਗਰੈਸ ਵਾਸਤੇ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਮੇਰਾ ਛੋਟਾ ਜਿਹਾ ਸਵਾਲ ਹੈ ਤੇ ਛੋਟਾ ਜਿਹਾ ਜਿਹੜਾ ਆਨਸਰ ਦਿਓ ਜੀ। ਬੀਜੇਪੀ ਦੇ ਪ੍ਰਧਾਨ ਬਣੇ ਨੇ ਨਵੇਂ ਸੁਨੀਲ ਜਾਖੜ, ਹਜੇ ਕਹਿੰਦੇ ਲੱਡੂ ਹੀ ਵੰਡ ਰਹੇ ਸੀ ਤਾਂ ਨਾਲ ਦੀ ਨਾਲ ਅਸਤੀਫਾ ਪਹੁੰਚ ਜਾਂਦਾ ਦਫ਼ਤਰ 'ਚ। ਕਿਹੜੇ ਵਿਧਾਇਕ ਨੇ ਉਹਨਾਂ ਦੇ ਸਾਬਕਾ ਨੇ ਅਸਤੀਫਾ ਦਿੱਤਾ, ਕਿਵੇਂ ਅੱਗੇ ਕਾਰਗੁਜ਼ਾਰੀ ਰਹੇਗੀ, ਕੀ ਭਾਜਪਾ ਹੁਣ ਖਿਲਰ ਦੀ ਨਜ਼ਰ ਆਏਗੀ? ਛੋਟਾ ਜਿਹਾ ਆਨਸਰ ਦਿਓ ਸਰ। ਦੇਖੋ ਸਤਨਾਮ ਜੀ, ਮੈਂ ਇਹ ਗੱਲ ਕਹਾਂਗਾ ਕਿ ਇਹਨਾਂ ਦਾ ਸੁਨੀਲ ਜਾਖੜ ਜੀ ਹੋਣਾ ਨੂੰ ਭਾਜਪਾ ਦਾ ਪ੍ਰਧਾਨ ਬਣਾਉਣਾ ਜਿਹੜਾ ਹੈਗਾ ਕਿ ਬਹੁਤ ਵੱਡੀ ਸਿਆਣਪ ਨਹੀਂ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਇੱਕ ਬਹੁਤ ਪੁਰਾਣੀ ਪਾਰਟੀ ਹੈ ਜਿਹਨੇ ਆਪਣੇ ਆਪ ਨੂੰ ਬਹੁਤ ਦੁੱਖ ਝੱਲੇ ਨੇ। ਜਿੱਦਾਂ ਤੁਸੀਂ ਸੁਣਿਆ ਹੋਵੇਗਾ ਪਿੱਛੇ ਜੋ ਕੁਛ ਉਹ ਜਦੋਂ ਆਪਣਾ ਇਹ ਕਿਸਾਨ ਅੰਦੋਲਨ ਹੋਇਆ, ਜੋ ਕੁਛ ਉਹਦੇ ਚੱਲਿਆ, ਇਹਨਾਂ ਨੂੰ ਚਾਹੀਦਾ ਸੀਗਾ ਕਿ ਆਪਣੀ ਪਾਰਟੀ ਦਾ ਬੰਦਾ ਜਿਹੜਾ ਹੈਗਾ, ਭਾਵੇਂ ਹੁਣ ਵੀ ਸੁਨੀਲ ਜਾਖੜ ਉਹਨਾਂ ਦੀ ਵੀ ਉਹੀ ਪਾਰਟੀ ਹੈ, ਲੇਕਿਨ ਨਹੀਂ। ਦੂਸਰਾ ਇਹ ਹੈਗਾ ਕਿ ਸੁਨੀਲ ਜਾਖੜ ਜਿਹੜੇ ਹੈਗੇ ਨੇ ਉਹ ਕੋਈ ਪੰਜਾਬ ਦੇ ਮਾਸ ਲੀਡਰ ਨਹੀਂ ਹੈ, ਉਹ ਕਿਸੇ ਸਪੈਸ਼ਲ ਕਮੇਟੀ ਦੇ ਵੀ ਮਾਸ ਲੀਡਰ ਨਹੀਂ ਹੈ, ਤਾਂ ਫਿਰ ਉਹਨਾਂ ਦੀ ਕੋਈ ਪਾਰਟੀ ਦੇ ਵਿੱਚ ਬਹੁਤ ਲੰਬੀ ਚੌੜੀ ਕੰਟਰੀਬਿਊਸ਼ਨ ਵੀ ਕੋਈ ਨਹੀਂ ਹੈ।
ਤਾਂ ਫਿਰ ਪਾਰਟੀ ਵਾਲੇ ਰਿਐਕਟ ਤਾਂ ਕਰਨਗੇ। ਆ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਤੁਸੀਂ ਦੇਖਿਆ ਕਿ ਇਹਨਾਂ ਦੇ ਪਹਿਲੇ ਪ੍ਰਧਾਨ ਜਿਹੜੇ ਹੈਗੇ ਨੇ, ਪਹਿਲਾਂ ਆ ਰਿਹਾ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ, ਹੁਣ ਉਹ ਕਹਿ ਰਹੇ ਹੈ ਕਿ ਨਹੀਂ ਜੀ ਮੈਂ ਤਾਂ ਸੇਵਾ ਕੀਤੀ ਹੈ, ਮੈਂ ਸੇਵਾ ਕਰਦਾ ਰਹਾਂਗਾ। ਅਸ਼ਵਨੀ ਸ਼ਰਮਾ ਜੀ ਨੇ ਕਿਹਾ। ਫਿਰ ਅਰੁਣ ਨਾਰੰਗ ਜਿਹੜੇ ਹੈਗੇ ਨੇ ਇਹਨਾਂ ਦੇ ਸਾਬਕਾ ਐਮਐਲਏ ਜਿਹੜੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਕਈ ਨਹੀਂ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਕਹਿੰਦੇ ਹੈ ਕਿ ਮੈਂ ਪਾਰਟੀ ਦੇ ਵਿੱਚ ਰਹਾਂਗਾ, ਲੇਕਿਨ ਮੈਂ ਪਾਰਟੀ ਦਾ ਅਹੁਦਾ ਜਿਹੜਾ ਹੈਗਾ ਉਹ ਕੋਈ ਨਹੀਂ ਲਵਾਂਗਾ। ਤਾਂ ਇੱਥੋਂ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਵਾਲਾ ਸਟੈਪ ਜਿਹੜਾ ਹੈਗਾ ਕੋਈ ਚੰਗਾ ਸਟੈਪ ਜਿਹੜਾ ਹੈਗਾ, ਜਿਹਨੂੰ ਆਪਾਂ ਕਹਿੰਦੇ ਆ ਵੀ ਇਹਨਾਂ ਦੀ ਬਹੁਤ ਹਿਆਰਕੀ ਬਹੁਤ ਵਧੀਆ ਹੈਗੀ ਹੈ, ਬਹੁਤ ਵੱਡਾ ਇਹਨਾਂ ਦਾ ਸੈਟਅਪ ਬਣਿਆ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਸੁਨੀਲ ਜਾਖੜ ਜੀ ਹੋਣਾ ਨੂੰ ਜਿਹੜਾ ਹੈਗਾ ਪ੍ਰਧਾਨ ਬਣਾ ਕੇ ਕੋਈ ਚੰਗਾ ਸਟੈਪ ਲਿਆ। ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੁਰਾਣੇ ਮੈਂਬਰ ਹੈਗੇ ਉਹਨਾਂ ਦਾ ਰਿਐਕਟ ਕਰਨਾ ਬਣਦਾ ਵੀ ਹੈ ਤੇ ਉਹਨਾਂ ਨੇ ਕੀਤਾ ਵੀ ਹੈ ਇਸ ਗੱਲ ਜੀ। ਇਹ ਸਨ ਪ੍ਰਾਈਮ ਮੁੱਦੇ ਦੇ ਅੱਜ ਦੇ ਚਰਚਿਤ ਮੁੱਦੇ, ਜਿਨ੍ਹਾਂ ਤੇ ਡਾਕਟਰ ਦਲੇਰ ਸਿੰਘ ਮੁਲਤਾਨੀ ਜੀ ਨੇ ਵਿਸਤਾਰ ਨਾਲ ਚਰਚਾ ਕੀਤੀ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸੋ ਅਜਿਹੇ ਹੀ ਮੁੱਦੇ ਲੈ ਕੇ ਮੁੜ ਤੋਂ ਹਾਜ਼ਰ ਹੋਵਾਂਗੇ। ਬਣੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਨਾਲ।